गुड इवनिंग डियर स्टूडेंट्स। सो आज आप स्टार्ट करन लगे हैं चैप्टर फर्स्ट ऑफ बायो दैट इज़ ट्रांसपोर्टेशन ऑफ फूड एंड मिनरल्स इन प्लांट्स। कि प्लांट्स विच ਜਿਹੜੇ ਵਾਟਰ ਤੇ ਮਿਨਰਲਸ ਹੈ ਉਹ ਕਿਵੇਂ ਟਰਾਂਸਪੋਰਟ ਹੁੰਦੇ ਆ, ਕਿਹੜੇ मतलब कि ਲੱਗੇ ਹੁੰਦੇ ਸਟਰਕਚਰਸ ਹੁੰਦੇ ਆ ਪਲਾਂਟ ਦੇ ਅੰਦਰ ਜਿਹਦੇ ਥਰੂ ਜਿਹੜਾ ਹੈਗਾ ਫੂਡ ਤੇ ਮਿਨਰਲਸ ਟਰਾਂਸਪੋਰਟ ਹੁੰਦੇ ਆ ਪਲਾਂਟਸ ਵਿੱਚ। ਠੀਕ ਹੈ, ਐਜ਼ ਜਿਵੇਂ ਹਿਊਮਨ ਬੀਇੰਗਸ ਨੂੰ ਐਨਰਜੀ ਲਈ ਖਾਣੇ ਦੀ ਲੋੜ, ਫੂਡ ਦੀ ਲੋੜ ਪੈਂਦੀ ਹੈ ਨਾ, ਮਤਲਬ ਆਪਾਂ ਫੂਡ ਖਾਵਾਂਗੇ ਤਾਂ ਐਨਰਜੀ ਆਉਂਦੀ ਹੈ। ਸਿਮਿਲਰਲੀ ਪਲਾਂਟਸ ਨੂੰ ਵੀ ਕੀ ਹੈ, ਮਤਲਬ ਅਗਰ ਕੁਛ ਉਹ ਖਾਣਗੇ ਫਿਰ ਉਹਨਾਂ ਵਿੱਚ ਐਨਰਜੀ ਆਉਂਦੀ ਹੈ, ਫਿਰ ਇਹ ਫੂਡ ਬਣਾ ਸਕਦੇ ਆ। ਜੇ ਫੂਡ ਬਣਾਉਣਗੇ ਤਾਂ ਹੀ ਉਹ ਲਾਈਵ ਰਹਿ ਸਕਦੇ ਆ। ਠੀਕ ਹੈ, ਭਲਾ ਐਨੀਮਲਸ ਦੇ ਵਿੱਚ ਕੀ ਹੈ, ਐਨੀਮਲਸ ਦਾ ਮੂਵ ਕਰਨਾ ਹੁੰਦਾ ਹੈ, ਇੱਧਰ ਉੱਧਰ ਜਾਣਾ ਹੁੰਦਾ ਜਾਂ ਕਾਫੀ ਮਸਕੂਲਰ ਕੰਮ ਕਰਨਾ ਹੁੰਦਾ ਹੈ। ਠੀਕ ਹੈ, ਤਾਂ ਉਹਦੇ ਲਈ ਉਹਦਾ ਪ੍ਰੋਸੈਸ ਥੋੜ੍ਹਾ ਲੰਬਾ ਚੌੜਾ ਹੁੰਦਾ ਹੈ ਐਨੀਮਲ ਵਾਲਾ। ਐਨੀਮਲ ਵਿੱਚ ਕਿਵੇਂ ਜਿਹੜਾ ਫੂਡ ਅਤੇ ਮਿਨਰਲ ਮੂਵ ਕਰਦਾ, ਜਿਵੇਂ ਆਰਟਰੀਜ਼ ਹੁੰਦੀਆਂ, ਵੇਨਸ ਹੁੰਦੀਆਂ ਜਾਂ ਬਲੱਡ ਕਿਵੇਂ ਪੰਪ ਕਰਦਾ ਹੈ। ਬਟ ਟਰਾਂਸਪੋਰਟੇਸ਼ਨ ਇਨ ਪਲਾਂਟਸ ਉਹ ਥੋੜ੍ਹਾ ਸਿੰਪਲ ਹੈ। ਸਿੰਪਲ ਮੀਨਸ ਆਪਾਂ ਸਿਰਫ ਇਹਦੇ ਵਿੱਚ ਦੋ ਗੱਲਾਂ ਕਰਨੀਆਂ, ਜ਼ਾਈਲਮ ਕੀ ਹੁੰਦਾ ਹੈ, ਫਿਲੋਇਮ ਕੀ ਹੁੰਦਾ ਹੈ। ਜਦੋਂ ਜ਼ਾਈਲਮ ਅਤੇ ਫਿਲੋਇਮ ਪਤਾ ਲੱਗ ਗਿਆ ਮੀਨਸ ਟਰਾਂਸਪੋਰਟੇਸ਼ਨ ਆਫ ਫੂਡ ਹੋ ਗਈ ਪਲਾਂਟਸ ਵਿੱਚ, ਅਤੇ ਨਾਓ ਪਲਾਂਟਸ ਕੈਨ ਗਰੋ ਈਜ਼ੀਲੀ। ਠੀਕ ਹੈ, ਅਤੇ ਥਰਡ ਥਿੰਗ ਆਪਾਂ ਇਹਦੇ ਵਿੱਚ ਪੜ੍ਹਾਂਗੇ ਕਿ ਟਰਾਂਸਪੀਰੇਸ਼ਨ ਕੀ ਹੁੰਦਾ ਹੈ, ਅਤੇ ਅਗਰ ਟਰਾਂਸਪੀਰੇਸ਼ਨ ਨਾ ਹੋਈ ਤਾਂ ਕੀ ਡੈਫੀਸ਼ੀਐਂਸੀਜ਼, ਕੀ ਡਿਜ਼ੀਜ਼ਜ਼ ਲੱਗ ਸਕਦੀਆਂ ਪਲਾਂਟ ਨੂੰ। ਲਾਸਟ ਟੋਪਿਕ ਬਸ ਆਪਾਂ ਇਹ ਪੜ੍ਹਨਾ। ਠੀਕ ਹੈ, ਸੋ ਲੈਟ ਅਸ ਸਟਾਰਟ। ਫਸਟ ਸਟੈਪ ਆਪਣੇ ਕੋਲ ਟਰਾਂਸਪੋਰਟ ਆਫ ਮਿਨਰਲਸ, ਟਰਾਂਸਪੋਰਟ ਆਫ ਮਟੀਰੀਅਲਸ। ਫਸਟ ਵੀ ਆਰ ਗੋਇੰਗ ਟੂ ਸਟੱਡੀ ਅਬਾਊਟ ਟਰਾਂਸਪੋਰਟ ਆਫ ਮਟੀਰੀਅਲਸ, ਕਿ ਜਿਹੜੇ ਕਿਹੜੇ ਮਟੀਰੀਅਲਸ ਹੈ ਅਤੇ ਉਹ ਕਿਵੇਂ ਟਰਾਂਸਪੋਰਟ ਹੋ ਸਕਦੇ ਆ ਬਾਡੀ ਵਿੱਚ ਆਫ ਪਲਾਂਟਸ, ਆਪਾਂ ਉਹ ਪੜ੍ਹਨ ਲੱਗੇ ਹਾਂ। ਇਨ ਲੋਅਰ ਔਰਗੈਨਿਜ਼ਮ ਸਚ ਐਜ਼ ਬੈਕਟੀਰੀਆ, ਕਲੈਮੋਡਾਇਨਾਮੋਸ ਐਂਡ ਸਪਾਇਰੋਗਾਇਰਾ। ਜਿਹੜੇ ਲੋਅਰ ਬੈਕਟੀਰੀਆਜ਼ ਹੁੰਦੇ, ਜਿਵੇਂ ਐਗਜ਼ਾਮਪਲਸ ਦਿੱਤੀ ਹੋਈ ਹੈ। ਲੋਅਰ ਬੈਕਟੀਰੀਆਜ਼ ਦੇ ਵਿੱਚ ਤਾਂ ਪਤਾ ਕੀ ਹੁੰਦਾ, ਜਿਵੇਂ ਲੋਅਰ ਬੈਕਟੀਰੀਆਜ਼ ਉਹਨਾਂ ਵਿੱਚ ਤਾਂ ਸੈੱਲਸ ਕਾਫੀ ਨੇੜੇ ਹੁੰਦੇ ਆ, ਅਤੇ ਜਦੋਂ ਸੈੱਲਸ ਕਾਫੀ ਨੇੜੇ ਹੋਣ ਨਾ, ਅਤੇ ਉਦੋਂ ਤਾਂ ਡਿਫਿਊਜ਼ਨ ਅਤੇ ਓਸਮੋਸਿਸ ਹੀ ਮਤਲਬ ਸਫੀਸ਼ੀਐਂਟ ਹੁੰਦਾ। ਡਿਫਿਊਜ਼ਨ ਅਤੇ ਓਸਮੋਸਿਸ ਕੀ ਹੁੰਦਾ, ਮੈਂ ਤੁਹਾਨੂੰ ਪ੍ਰੋਪਰਲੀ ਸਮਝਾਉਂਦੀ ਹਾਂ। ਡਿਫਿਊਜ਼ਨ ਅਤੇ ਓਸਮੋਸਿਸ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਇੱਥੇ ਮੈਂ ਖੜੀ ਹਾਂ, ਠੀਕ ਹੈ, ਨਾਲ ਹੀ ਇੱਥੇ ਮੇਰਾ ਕੋਈ ਫਰੈਂਡ ਖੜ੍ਹਾ, ਅਤੇ ਮੈਂ ਮੈਂ ਆਪਦੇ ਫਰੈਂਡ ਨੂੰ ਕੋਈ ਚੀਜ਼ ਪਾਸ ਕਰਨੀ ਹੈ, ਤਾਂ ਪਾਸ ਸਿੰਪਲੀ ਬਹੁਤ ਨੇੜੇ ਖੜ੍ਹਾ ਹੋਇਆ ਉਹ, ਤਾਂ ਮੈਂ ਉਹਨੂੰ ਸਿੰਪਲੀ ਇੱਦਾਂ ਚੀਜ਼ ਫੜਾਤੀ। ਤਾਂ ਸਿੰਪਲੀ ਤਾਂ ਅਗਰ ਆਪਾਂ ਕੋਈ ਸੈੱਲ ਟੂ ਸੈੱਲ ਮਤਲਬ ਮੂਵਮੈਂਟ ਹੋ ਰਹੀ ਹੈ ਮਟੀਰੀਅਲ ਦੀ, ਤਾਂ ਸਿੰਪਲੀ ਆਪਾਂ ਸੈੱਲ ਟੂ ਸੈੱਲ ਡਿਫਿਊਜ਼ਨ ਆ ਓਸਮੋਸਿਸ ਨਾਲ ਹੋ ਜਾਂਦੀ ਹੈ। ਬਟ ਸਿਰਫ ਇਹ ਹੁੰਦਾ ਲੋਅਰ ਔਰਗੈਨਿਜ਼ਮਸ ਵਿੱਚ। ਬਟ ਜਿਹੜੇ ਬਿਗ ਟਰੀਜ਼ ਹੁੰਦੇ ਆ ਉਹਨਾਂ ਵਿੱਚ ਤਾਂ ਹੁਣ ਦੇਖੋ ਗ੍ਰੀਨ ਲੀਵਸ ਕਿੱਥੇ ਲੱਗੇ ਹੋਏ ਆ, ਰੂਟਸ ਕਿੱਥੇ ਆ, ਐਡੇ ਵੱਡੇ ਟਰੀਜ਼ ਹੈ, ਉਹਨਾਂ ਵਿੱਚ ਡਿਫਿਊਜ਼ਨ ਓਸਮੋਸਿਸ ਇੰਨਾ ਮਤਲਬ ਇਫੈਕਟ ਨਹੀਂ ਪਾਉਂਦੀ, ਸਿਰਫ ਉਹ ਨੀਚੇ ਰੂਟਸ ਤੱਕ ਹੀ ਰਹਿ ਜਾਂਦੀਆਂ। ਉੱਪਰ ਜਾਣ ਲਈ ਵਾਟਰ ਜਾਂ ਮਿਨਰਲਸ ਨੂੰ ਉੱਪਰ ਭੇਜਣ ਲਈ ਕਾਫੀ ਚੈਨਲਸ ਲੱਗੇ ਹੁੰਦੇ ਆ, ਕਾਫੀ ਵੈਸਲਸ ਲੱਗੇ ਹੁੰਦੇ ਆ, ਉਹ ਆਪਾਂ ਪੜ੍ਹਾਂਗੇ ਕੀ ਹੁੰਦੇ ਆ, ਜ਼ਾਈਲਮ ਅਤੇ ਫਿਲੋਇਮ ਵਿੱਚ ਉਹਦਾ ਕੀ ਕੰਮ ਹੈ। ਤਾਂ ਸਭ ਤੋਂ ਪਹਿਲਾਂ ਤਾਂ ਬੇਸਿਕ ਪੜ੍ਹ ਲਈਏ ਕਿ ਡਿਫਿਊਜ਼ਨ ਅਤੇ ਓਸਮੋਸਿਸ ਕੀ ਹੁੰਦੇ ਆ। ਡਿਫਿਊਜ਼ਨ ਕੀ ਹੈ, ਡਿਫਿਊਜ਼ਨ ਇਜ਼ ਦ ਨੈਟ ਮੂਵਮੈਂਟ ਆਫ ਮੋਲੀਕਿਊਲਸ ਫਰਮ ਰੀਜਨ ਆਫ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਕਿ ਮੰਨ ਲਓ ਆਪਾਂ ਇਹਦੇ ਵਿੱਚ ਇੱਕ ਡਾਈ ਦਾ ਮੋਲੀਕਿਊਲ ਡਰੋਪ ਕੀਤਾ ਇਸ ਪਾਣੀ ਵਿੱਚ, ਜਦੋਂ ਪਾਣੀ ਵਿੱਚ ਇੱਕ ਮੈਂ ਰੈੱਡ ਕਲਰ ਨੂੰ ਡਰੋਪ ਕੀਤਾ ਤਾਂ ਰੈੱਡ ਕਲਰ ਕੀ ਹੈ, ਹੌਲੀ ਸਾਰੇ ਪਾਣੀ ਦੇ ਵਿੱਚ ਮਿਕਸਅਪ ਹੋ ਜਾਊਗਾ। ਕਿਵੇਂ ਹੋ ਜਾਊਗਾ, ਕਿਉਂਕਿ ਜਿਹੜੇ ਮਤਲਬ ਪਾਰਟੀਕਲਸ ਹੁੰਦੇ ਆ ਉਹ ਹਮੇਸ਼ਾ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਸਾਰੇ ਕਿਤੇ ਮੂਵ ਕਰ ਜਾਂਦੇ ਆ। ਉਵੇਂ ਜਿਹੜਾ ਪਲਾਂਟਸ ਦੇ ਵਿੱਚ ਹੈ, ਪਲਾਂਟਸ ਵਿੱਚ ਵੀ ਜਿਹੜੇ ਮਤਲਬ ਪਾਰਟੀਕਲਸ ਹੁੰਦੇ ਆ, ਮੰਨ ਲਓ ਆਪਣਾ ਇੱਕ ਪਲਾਂਟ ਹੈ, ਠੀਕ ਹੈ, ਆਹ ਲੀਵਸ ਹੈ, ਉਹਦੀਆਂ ਰੂਟਸ ਹੈ, ਜਿਹੜੇ ਤਾਂ ਵਾਟਰ ਮੋਲੀਕਿਊਲਸ ਵਗੈਰਾ ਜਾਣੇ ਆ ਉਹ ਡਿਫਿਊਜ਼ਨ ਦੇ ਪ੍ਰੋਸੈਸ ਨਾਲ ਕੀ ਹੈ ਈਜ਼ੀਲੀ ਰੂਟ ਹੇਅਰਸ ਐਬਜ਼ੋਰਬ ਕਰਦੇ ਆ ਅਤੇ ਉੱਪਰ ਮਤਲਬ ਰੂਟ ਹੇਅਰ ਤੱਕ ਪਹੁੰਚਾ ਦਿੰਦੇ ਆ। ਠੀਕ ਹੈ, ਫਿਰ ਰੂਟ ਹੇਅਰ ਤੋਂ ਅੱਗੇ ਕੰਮ ਸ਼ੁਰੂ ਹੁੰਦਾ ਮੇਨ ਚੈਨਲਸ ਦਾ, ਦੈਟ ਇਜ਼ ਜ਼ਾਈਲਮ ਐਂਡ ਫਿਲੋਇਮ। ਤਾਂ ਬਸ ਡਿਫਿਊਜ਼ਨ ਦਾ ਮਤਲਬ ਤੁਸੀਂ ਸਮਝੋ ਕਿ ਜਦੋਂ ਮੂਵਮੈਂਟ ਆਫ ਮੋਲੀਕਿਊਲਸ, ਜੋ ਮੋਲੀਕਿਊਲਸ ਮੂਵ ਕਰਦੇ ਆ ਹਾਇਰ ਕੰਸਨਟ੍ਰੇਸ਼ਨ ਟੂ ਦ ਲੋਅਰ ਕੰਸਨਟ੍ਰੇਸ਼ਨ, ਕਿ ਇੱਥੇ ਮੇਰੇ ਕੋਲ ਬਹੁਤ ਸਾਰੇ ਮੋਲੀਕਿਊਲਸ ਹੈ, ਬਹੁਤ ਸਾਰੇ ਮੋਲੀਕਿਊਲਸ ਹਮੇਸ਼ਾ ਜਾਣਗੇ ਲੋਅਰ ਕੰਸਨਟ੍ਰੇਸ਼ਨ ਵੱਲ, ਜਿੱਥੇ ਮੋਲੀਕਿਊਲਸ ਘੱਟ ਹੈ ਉੱਥੇ ਜਾ ਕੇ ਮਿਕਸ ਹੋ ਜਾਣਗੇ। ਕਲੀਅਰ? Although it involves a random motion of molecules, the net movement of molecule is always concentration gradient। ਇਹਦਾ ਮਤਲਬ ਕੀ ਹੈ ਕਿ ਜਿਹੜੇ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਤੱਕ ਮੋਲੀਕਿਊਲਸ ਓਨੇ ਟਾਈਮ ਤੱਕ ਜਾਈ ਜਾਣਗੇ ਜਿੰਨੇ ਟਾਈਮ ਤੱਕ ਦੋਨਾਂ ਪਾਸੇ ਦੇ ਮੋਲੀਕਿਊਲਸ ਸੇਮ ਨਹੀਂ ਹੋ ਜਾਂਦੇ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਤੁਸੀਂ ਸਿੰਪਲ ਕੋਈ ਐਗਜ਼ਾਮਪਲ ਸਮਝਣੀ ਹੈ, ਮੰਨ ਲਓ ਮੇਰੇ ਕੋਲ 2 ਬੀਕਰਸ ਹੈ, ਮੇਰੇ ਕੋਲ 2 ਬੀਕਰਸ ਹੈ। ਫਸਟ ਵਾਲੇ ਬੀਕਰ ਵਿੱਚ ਤਾਂ ਪਾਣੀ ਕੀ ਹੈ ਪੂਰਾ ਫਿਲ ਹੋਇਆ ਹੋਇਆ, ਸੈਕਿੰਡ ਵਾਲੇ ਬੀਕਰ 'ਚ ਪਾਣੀ ਇੰਨਾ ਕੁ ਹੈ। ਠੀਕ ਹੈ, ਤਾਂ ਹੁਣ ਇਹ ਵਾਟਰ ਦੇ ਮੋਲੀਕਿਊਲਸ ਕਿਵੇਂ ਜਾਣਗੇ, ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਕਿ ਲੋਅਰ ਟੂ ਹਾਇਰ ਡਿਫਿਊਜ਼ਨ ਦੇ ਵਿੱਚ। ਤਾਂ ਓਬਵੀਅਸ ਹੈ ਡਿਫਿਊਜ਼ਨ ਦੇ ਵਿੱਚ ਉਹ ਮੂਵ ਕਰਨਗੇ ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ।
ਤਾਂ ਆਹ ਵਾਲੇ ਮੇਨ ਮਤਲਬ ਚੈਨਲ ਦੇ ਥਰੂ ਆ ਵਾਟਰ ਮੋਲੀਕਿਊਲ ਇੱਧਰ ਜਾਣੇ ਸ਼ੁਰੂ ਹੋ ਜਾਣਗੇ। ਇਹ ਵਾਟਰ ਮੋਲੀਕਿਊਲਸ ਉਹਨਾਂ ਟਾਈਮ ਤੱਕ ਇੱਧਰ ਜਾਈ ਜਾਣਗੇ ਜਿੰਨਾ ਟਾਈਮ ਤੱਕ ਦੋਨੇ ਵੈਸਲਸ ਦਾ ਪਾਣੀ ਕੀ ਹੈ ਸੇਮ ਨਹੀਂ ਹੋ ਜਾਂਦਾ। ਮਤਲਬ ਉਹਨਾਂ ਟਾਈਮ ਤੱਕ ਹਾਇਰ ਡਿਫਿਊਜ਼ਨ ਚੱਲਦੀ ਰਹਿੰਦੀ ਹੈ ਜਿੰਨਾ ਟਾਈਮ ਤੱਕ ਦੋਨੇ ਪਾਸੇ ਇਕੁਇਲਿਬਰੀਅਮ ਨਹੀਂ ਅਟੇਨ ਹੋ ਜਾਂਦਾ। ਇਕੁਇਲਿਬਰੀਅਮ ਮਤਲਬ ਦੋਨਾਂ ਸਾਈਡ ਸੇਮ ਹੋਣਾ। ਤਾਂ ਇਹ ਮਤਲਬ ਮੇਨ ਕੰਮ ਹੁੰਦਾ ਡਿਫਿਊਜ਼ਨ ਦਾ। ਅਤੇ ਡਿਫਿਊਜ਼ਨ ਜਿਹੜੀ ਹੁੰਦੀ ਹੈ ਉਹ ਲਿਕੁਇਡਸ ਐਜ਼ ਵੈਲ ਐਜ਼ ਗੈਸਿਸ ਦੋਨਾਂ ਵਿੱਚ ਹੀ ਪੋਸੀਬਲ ਹੁੰਦੀ ਹੈ। ਗੈਸਿਸ ਵਿੱਚ ਵੀ ਪਾਰਟੀਕਲਸ ਹਾਇਰ ਟੂ ਲੋਅਰ ਮੂਵ ਕਰ ਸਕਦੇ ਆ, ਲਿਕੁਇਡਸ ਵਿੱਚ ਵੀ ਪਾਰਟੀਕਲਸ ਹਾਇਰ ਟੂ ਲੋਅਰ ਮੂਵ ਕਰ ਸਕਦੇ ਆ। ਠੀਕ ਹੈ, ਨੈਕਸਟ ਆ ਗਈ ਗੱਲ ਆਪਣੇ ਕੋਲ ਓਸਮੋਸਿਸ ਦੀ। ਓਸਮੋਸਿਸ ਵਿੱਚ ਵੀ ਕੀ ਹੁੰਦਾ ਹੈ, ਓਸਮੋਸਿਸ ਮੰਨ ਲਓ ਇੱਥੇ ਹਾਇਰ ਕੰਸਨਟ੍ਰੇਸ਼ਨ ਬਹੁਤ ਸਾਰੇ ਮੋਲੀਕਿਊਲਸ ਹੈ, ਇਸ ਮੋਲੀਕਿਊਲਸ ਨੇ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਜਾਣਾ ਹੈ। ਮੋਲੀਕਿਊਲਸ ਹਮੇਸ਼ਾ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਹੀ ਜਾਣਗੇ, ਬਟ ਇਹਦੇ ਵਿੱਚ ਜਾਣ ਲਈ ਸੈਂਟਰ ਦੇ ਵਿੱਚ ਇੱਕ ਮੈਂਬਰੇਨ ਲੱਗੀ ਹੁੰਦੀ ਹੈ। ਉਹ ਮੈਂਬਰੇਨ ਨੂੰ ਆਪਾਂ ਬੋਲਦੇ ਹਾਂ ਸੈਮੀ ਪਰਮੀਏਬਲ ਮੈਂਬਰੇਨ। ਸੈਮੀ ਪਰਮੀਏਬਲ ਮੈਂਬਰੇਨ। ਸੈਮੀ ਪਰਮੀਏਬਲ ਮੈਂਬਰੇਨ ਕੀ ਕਰੂਗਾ, ਇਹ ਮੈਂਬਰੇਨ ਕੁਛ ਕੁ ਸਿਲੈਕਟਡ ਪਾਰਟੀਕਲਸ ਨੂੰ ਹੀ ਇਨਸਾਈਡ ਜਾਣ ਦਊਗਾ। ਦੇਖੋ ਇਸ ਮੈਂਬਰੇਨ ਦੇ ਕੋਲ ਮੋਲੀਕਿਊਲਸ ਤਾਂ ਬਹੁਤ ਸਾਰੇ ਆਏ ਸੀਗੇ, ਬਟ ਉਸ ਮੈਂਬਰੇਨ ਨੇ ਕੁਛ ਕੁ ਸਿਲੈਕਟਡ ਮੋਲੀਕਿਊਲਸ ਨੂੰ ਹੀ ਵਿੱਚੋਂ ਪਾਸ ਹੋਣ ਦਿੱਤਾ, ਬਾਕੀ ਮੋਲੀਕਿਊਲਸ ਨੂੰ ਕਿ ਇੱਥੇ ਹੀ ਰੋਕ ਲਿਆ। ਠੀਕ ਹੈ, ਤਾਂ ਇਹ ਵਾਲਾ ਪ੍ਰੋਸੈਸ ਜਿਹਦੇ ਵਿੱਚ ਵਾਟਰ ਮੋਲੀਕਿਊਲਸ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਮੂਵ ਕਰਨਗੇ, ਬਟ ਬਾਈ ਯੂਜ਼ਿੰਗ ਥਰੂ ਦਾ ਸੈਮੀ ਪਰਮੀਏਬਲ ਮੈਂਬਰੇਨ। ਠੀਕ ਹੈ, ਸੈਮੀ ਪਰਮੀਏਬਲ ਮੈਂਬਰੇਨ ਕਿਹੜੀ ਹੁੰਦੀ ਹੈ, ਦੈਟ ਮੈਂਬਰੇਨ ਜਿਹਦੇ ਵਿੱਚੋਂ ਓਨਲੀ ਮਤਲਬ ਕਿ ਸਿਲੈਕਟਡ ਮੋਲੀਕਿਊਲਸ ਹੀ ਸੈਕਿੰਡ ਲੋਅਰ ਕੰਸਨਟ੍ਰੇਸ਼ਨ ਵੱਲ ਮੂਵ ਕਰਨਗੇ, ਬਟ ਲਾਰਜ ਪਾਰਟੀਕਲਸ ਮੇਨਲੀ ਲਾਰਜ ਪਾਰਟੀਕਲਸ ਕੀ ਇੱਥੇ ਬਲੌਕ ਹੋ ਜਾਣਗੇ, ਤਾਂ ਉਹਨੂੰ ਬੋਲਦੇ ਹਾਂ ਆਪਾਂ ਓਸਮੋਸਿਸ। ਅਗਰ ਆਪਾਂ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਹਿਊਮਨ ਬੋਡੀ ਦੇ ਵਿੱਚ ਜਾਂ ਮੇਨ ਸੈਲਸ ਜੋ ਵੀ ਆਪਾਂ ਸੈਲਸ ਦੇਖਦੇ ਹਾਂ, ਜੋ ਵੀ ਐਨੀਮਲਸ ਜਾਂ ਵਿੱਚ ਸੈੱਲ ਹੁੰਦੇ ਆ, ਉਹਨਾਂ ਵਿੱਚ ਜਿਹੜੀ ਸੈੱਲ ਮੈਂਬਰੇਨ ਹੁੰਦੀ ਹੈ ਉਹ ਸੈੱਲ ਮੈਂਬਰੇਨ ਐਜ਼ ਅ ਸੈਮੀ ਪਰਮੀਏਬਲ ਮੈਂਬਰੇਨ ਕੰਮ ਕਰਦੀ ਹੈ। ਮੰਨ ਲਓ ਕਿਸੇ ਵੀ ਆਰਗੈਨਿਜ਼ਮ ਦਾ, ਕਿਸੇ ਵੀ ਮੰਨ ਲਓ ਪਲਾਂਟ ਐਨੀਮਲ ਸੈੱਲ ਦਾ ਜੋ ਵੀ ਸੈੱਲ ਵਾਲ ਹੈ, ਸੈੱਲ ਹੈ, ਅਤੇ ਸੈੱਲ ਦੇ ਆਸੇ ਪਾਸੇ ਕੀ ਹੁੰਦਾ, ਇੱਕ ਮੈਂਬਰੇਨ ਲੱਗੀ ਹੁੰਦੀ ਹੈ। ਉਹ ਮੈਂਬਰੇਨ ਕੀ ਕਰੂਗੀ, ਅਗਰ ਬਾਹਰੋਂ ਕੋਈ ਚੀਜ਼ ਅੰਦਰ ਆਉਣੀ ਹੈ, ਮੰਨ ਲਓ ਵਾਟਰ ਡ੍ਰੌਪਲੇਟਸ ਨੇ ਹੀ ਮੰਨ ਲਓ ਅੰਦਰ ਆਉਣਾ, ਤਾਂ ਉਹ ਮਤਲਬ ਕਿ ਇੱਕ ਸਿਲੈਕਟਡ ਪਾਰਟੀਕਲਸ ਨੂੰ ਹੀ ਇਨਸਾਈਡ ਮੂਵ ਕਰਨ ਦਊਗੀ, ਬਾਕੀ ਜਿਹੜੇ ਹੋਰ ਵੱਡੇ ਪਾਰਟੀਕਲਸ ਹੋਣਗੇ ਉਹਨੂੰ ਬਾਹਰ ਹੀ ਰਹਿਣ ਦਊਗੀ। ਸਿਮਿਲਰਲੀ ਜੇ ਕੋਈ ਚੀਜ਼ ਅੰਦਰੋਂ ਬਾਹਰ ਜਾਣੀ ਹੈ ਤਾਂ ਉਹ ਵੀ ਕੁਛ ਕੁ ਸਿਲੈਕਟਡ ਪਾਰਟੀਕਲਸ ਹੀ ਬਾਹਰ ਜਾਣ ਦਊਗੀ, ਸੈੱਲ ਮੈਂਬਰੇਨ ਸੈੱਲ 'ਚੋਂ ਸਾਰੇ ਪਾਰਟੀਕਲਸ ਨਹੀਂ ਜਾਣਗੇ। ਤਾਂ ਇਹ ਮੇਨ ਕੰਮ ਹੁੰਦਾ ਓਸਮੋਸਿਸ ਦਾ। ਓਸਮੋਸਿਸ ਸਿਰਫ ਲਿਕੁਇਡ ਮੀਡੀਅਮ ਵਿੱਚ ਹੀ ਟੇਕਸ ਪਲੇਸ ਕਰਦਾ। ਠੀਕ ਹੈ, ਇੱਕ ਹੋਰ ਗੱਲ, ਅਗਰ ਤਾਂ ਮੰਨ ਲਓ ਆਪਣੇ ਕੋਲ ਕੋਈ ਵੀ ਮਟੀਰੀਅਲ ਹੈ ਜਿਹੜਾ ਵਾਟਰ ਹੈ, ਮੰਨ ਲਓ ਵਾਟਰ ਦੀ ਐਗਜ਼ਾਮਪਲ ਲੈ ਰਹੀ ਹਾਂ ਮੈਂ, ਕੋਈ ਵੀ ਸਬਸਟਾਂਸ ਕੋਈ ਵੀ ਮਿਨਰਲਸ ਹੈ ਜਾਂ ਵਾਟਰ ਹੈ, ਜਦੋਂ ਵਾਟਰ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਮੂਵ ਕਰੂਗਾ ਇਨਸਾਈਡ ਦਾ ਸੈੱਲ, ਜਦੋਂ ਮੰਨ ਲਓ ਇੱਕ ਵਾਟਰ ਕੰਸਨਟ੍ਰੇਸ਼ਨ ਹੈ ਇਹ ਇਨਸਾਈਡ ਦਾ ਸੈੱਲ ਜਾ ਰਹੀ ਹੈ, ਇਨਸਾਈਡ ਸੈੱਲ ਲੋਅਰ ਕੰਸਨਟ੍ਰੇਸ਼ਨ ਸੀ, ਤਾਂ ਉਹਨੂੰ ਆਪਾਂ ਬੋਲਾਂਗੇ ਐਂਡੋਓਸਮੋਸਿਸ। ਐਂਡੋਓਸਮੋਸਿਸ। ਠੀਕ ਹੈ, ਇਹ ਹੁੰਦੀ ਹੈ ਐਂਡੋਓਸਮੋਸਿਸ। ਅਤੇ ਜਦੋਂ ਵਾਟਰ ਹਾਇਰ ਟੂ ਲੋਅਰ ਮਤਲਬ ਅੰਦਰੋਂ ਬਾਹਰ ਆ ਰਿਹਾ, ਮੰਨ ਲਓ ਅੰਦਰ ਪਾਰਟੀਕਲਸ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਸੀ, ਹੁਣ ਉਹ ਬਾਹਰ ਆ ਰਿਹਾ, ਹਾਇਰ ਟੂ ਲੋਅਰ ਆ ਰਿਹਾ, ਜਦੋਂ ਸੈੱਲ ਦੇ ਅੰਦਰੋਂ ਕੋਈ ਚੀਜ਼ ਬਾਹਰ ਆਵੇ ਜਾਂ ਵਾਟਰ ਮੇਨਲੀ, ਉਹਨੂੰ ਆਪਾਂ ਬੋਲਦੇ ਹਾਂ ਐਗਜ਼ੋਓਸਮੋਸਿਸ। ਐਕਸੋਓਸਮੋਸਿਸ, ਐਂਡੋਓਸਮੋਸਿਸ, ਓਸਮੋਸਿਸ ਅਤੇ ਐਗਜ਼ੋਓਸਮੋਸਿਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਐਬਜ਼ੋਰਪਸ਼ਨ ਆਫ ਵਾਟਰ ਐਂਡ ਮਿਨਰਲਸ ਇਨ ਪਲਾਂਟਸ। ਹੁਣ ਪਲਾਂਟਸ ਦੇ ਵਿੱਚ ਜਿਹੜਾ ਵਾਟਰ ਅਤੇ ਮਿਨਰਲ ਹੈ ਉਹ ਕਿਵੇਂ ਅਬਜ਼ੋਰਬ ਹੁੰਦਾ, ਹੁਣ ਆਪਾਂ ਇਹਦੇ ਬਾਰੇ ਪੜ੍ਹਨ ਲੱਗੇ ਹਾਂ। ਜਦੋਂ ਪਲਾਂਟ ਫੂਡ ਬਣਾਉਂਦਾ ਨਾ, ਫੂਡ ਬਣਾਉਣ ਦਾ ਸਭ ਤੋਂ ਪਹਿਲਾ ਫਸਟ ਸਟੈਪ ਹੀ, ਬੇਸਿਕ ਸਟੈਪ ਹੀ ਕੀ ਹੈ, ਅਬਜ਼ੋਰਪਸ਼ਨ ਹੈ। ਐਬਜ਼ੋਰਪਸ਼ਨ ਵਿੱਚ ਕੀ ਆ ਜਾਊਗਾ, ਸਭ ਤੋਂ ਪਹਿਲਾਂ ਹੀ ਪਲਾਂਟ ਨੂੰ ਵਾਟਰ ਅਤੇ ਮਿਨਰਲਸ ਚਾਹੀਦੇ ਹੈ ਆਪਦਾ ਫੂਡ ਬਣਾਉਣ ਲਈ। ਠੀਕ ਹੈ, ਤਾਂ ਐਬਜ਼ੋਰਪਸ਼ਨ ਹੋਊਗੀ ਕਿਵੇਂ, ਹੁਣ ਐਬਜ਼ੋਰਪਸ਼ਨ ਹੈ ਮੇਨਲੀ ਹੋਊਗੀ ਤਾਂ ਰੂਟ ਹੇਅਰਸ ਤੋਂ ਹੀ, ਮਤਲਬ ਰੂਟਸ ਹੀ ਜਿਹੜੇ ਹੈਗੇ ਆ ਉਹ ਅਬਜ਼ੋਰਪਸ਼ਨ ਕਰਵਾਉਣਗੇ, ਵਾਟਰ ਦੀ ਵੀ ਅਬਜ਼ੋਰਪਸ਼ਨ ਰੂਟ ਹੀ ਕਰਵਾਉਣਗੇ ਅਤੇ ਮਿਨਰਲਸ ਦੀ ਅਬਜ਼ੋਰਪਸ਼ਨ ਵੀ ਰੂਟ ਹੀ ਕਰਵਾਉਣਗੇ। ਤਾਂ ਵਾਟਰ ਦੀ ਆਪਾਂ ਅਲੱਗ ਪੜ੍ਹਦੇ ਹਾਂ, ਮਿਨਰਲਸ ਦੀ ਆਪਾਂ ਅਲੱਗ ਪੜ੍ਹ ਰਹੇ ਹਾਂ। ਠੀਕ ਹੈ, ਤਾਂ ਜਦੋਂ ਅਬਜ਼ੋਰਪਸ਼ਨ ਆਫ ਵਾਟਰ ਹੁੰਦੀ ਹੈ ਬਾਏ ਰੂਟਸ, ਜਦੋਂ ਵਾਟਰ ਹੈ ਜਿਹੜੀ ਰੂਟਸ ਆ ਵਾਟਰ ਨੂੰ ਉੱਪਰ ਲੈ ਕੇ ਜਾ ਰਹੀਆਂ, ਉਸ ਆਪਾਂ ਅਬਜ਼ੋਰਪਸ਼ਨ ਨੂੰ ਬੋਲਦੇ ਹਾਂ ਪੈਸਿਵ ਟਰਾਂਸਪੋਰਟ। ਪੈਸਿਵ ਟਰਾਂਸਪੋਰਟ ਵਿੱਚ ਕੀ ਹੁੰਦਾ, ਜਿਹੜੀ ਐਬਜ਼ੋਰਪਸ਼ਨ ਆਫ ਵਾਟਰ ਹੁੰਦੀ ਹੈ ਇਹਦੇ ਵਿੱਚ ਮੇਨਲੀ ਵਾਟਰ ਮੂਵ ਕਰੂਗਾ, ਇਸ ਰੂਟਸ ਵਿੱਚੋਂ ਉੱਪਰ ਤੱਕ ਵਾਟਰ ਮੂਵ ਕਰੂਗਾ ਇਨ ਪੈਸਿਵ ਟਰਾਂਸਪੋਰਟ। ਐਕਚੁਅਲੀ ਕੀ ਹੁੰਦਾ,
ਇਸ रूट ਵਿੱਚ ਨਾ रूट हेयर्स ਲੱਗੇ ਹੁੰਦੇ ਆ ਇੱਥੇ, रूट हेयर्स ਇੱਥੇ ਵੀ, ਕਿਉਂਕਿ ਜਿਹੜੀ ਮੰਨ ਲਓ रूट ਹੈ ਇੱਕ, रूट ਦੇ ਆਸੇ ਪਾਸੇ ਇੱਕ ਐਪੀਡਰਮਸ ਸੈਲਸ ਦੀ ਵਾਲ ਬਣੀ ਹੁੰਦੀ ਹੈ। रूट ਜੜ੍ਹਾਂ ਵਿੱਚ ਐਪੀਡਰਮਲ ਵਾਲ ਹੁੰਦੀ ਹੈ, ਉਹ ਐਪੀਡਰਮਲ ਵਾਲ ਤੋਂ रूट हेयर्स ਗਰੋ ਹੋਏ ਹੁੰਦੇ ਆ ਇੱਦਾਂ, ਅਤੇ ਉਹ ਜਿਹੜੇ रूट हेयर्स ਦੇ ਟਿਪਸ ਹੁੰਦੇ ਆ ਨਾ, ਉਹ ਵਾਟਰਸ ਜਾਂ ਮਿਨਰਲਸ ਨੂੰ ਖਿੱਚਣ ਲਈ ਹੈਲਪਫੁਲ ਹੁੰਦੇ ਆ। ਤਾਂ ਮੇਨਲੀ ਵਾਟਰ ਰੂਟਸ ਖਿੱਚੂਗਾ, ਰੂਟਸ ਦਾ ਵੀ ਕੌਣ ਖਿੱਚੂਗਾ, रूट हेयर्स ਖਿੱਚਣਗੇ। ਠੀਕ ਹੈ, ਤਾਂ ਜਿਹੜੇ रूट हेयर्स ਹੁੰਦੇ ਆ, ਇਹ रूट हेयर्स ਡਾਇਰੈਕਟ ਕੰਟੈਕਟ ਵਿੱਚ ਹੁੰਦੇ ਆ ਵਾਟਰ ਜਾਂ ਕੋਈ ਵੀ ਹੋਰ ਮਿਨਰਲਸ ਦੇ ਡਾਇਰੈਕਟ ਕੰਟੈਕਟ ਵਿੱਚ ਹੁੰਦੇ ਆ। ਤਾਂ ਡਾਇਰੈਕਟ ਕੰਟੈਕਟ ਵਿੱਚ ਹੋਣ ਨਾਲ ਕੀ ਹੈ, ਉਹ ਈਜ਼ੀਲੀ ਉਹ ਤੋਂ ਵਾਟਰ ਜਾਂ ਮਿਨਰਲ ਲੈਣਗੇ ਅਤੇ ਉਹਨੂੰ ਉੱਪਰ ਤੱਕ ਛੱਡ ਆਉਣਗੇ। ਬਟ ਮੇਨਲੀ ਆਪਾਂ ਪੈਸਿਵ ਟਰਾਂਸਪੋਰਟ 'ਚ ਗੱਲ ਕਰਨੀ ਹੈ ਵਾਟਰ ਦੀ। ਠੀਕ ਹੈ, ਐਕਚੁਅਲੀ ਇਹਦੇ ਵਿੱਚ ਕੀ ਹੁੰਦਾ, रूट हेयर्स ਦੇ ਵਿੱਚ ਨਾ, ਜਿਵੇਂ ਆ रूट हेयर ਹੈ, रूट हेयर ਦੇ ਵਿੱਚ ਸੈੱਲ ਸੈਪ ਹੁੰਦਾ। ਸੈੱਲ ਸੈਪ ਕੀ ਹੁੰਦਾ, ਇੱਕ ਮੰਨ ਲਓ ਜਿਵੇਂ ਵੈਕਿਊਲ ਟਾਈਪ ਕਹਿ ਲਓ, ਜਿਹਦੇ ਵਿੱਚ ਇੱਕ ਲਿਕੁਇਡ ਹੁੰਦਾ ਵੈਕਿਊਲ, ਜਿਹੜਾ ਮਤਲਬ ਉਹਨੂੰ ਈਜ਼ੀਲੀ ਕਲੈਕਟ ਕਰਨ ਲਈ, ਵਾਟਰ ਨੂੰ ਕਲੈਕਟ ਕਰਨ ਲਈ ਹੈਲਪਫੁਲ ਹੁੰਦਾ। ਠੀਕ ਹੈ, ਨੈਕਸਟ ਆ ਗਿਆ, रूट हेयर्स हैव हाई कंसनट्रेशन ऑफ सॉल्ट एज कंपेयर टू सॉइल वाटर। ਜਿਹੜੇ रूट हेयर्स ਹੁੰਦੇ ਆ, रूट हेयर्स ਦੇ ਵਿੱਚ ਸॉल्ਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਸੋਇਲ ਵਾਟਰ। ਤਾਂ ਫਿਰ ਕੀ ਕਰੂਗਾ ਜਿਹੜਾ रूट हेयर ਹੋਊਗਾ, रूट हेयर ਕੀ ਕਰੂਗਾ, रूट हेयर ਦੇ ਨਾ ਉਹ ਲੱਗਿਆ ਹੁੰਦਾ ਹੈ, ਸੈੱਲ ਮੈਂਬਰੇਨ ਲੱਗੀ ਹੁੰਦੀ ਹੈ रूट हेयर ਦੇ ਵੀ, रूट हेयर ਦੀ ਵੀ ਸੈੱਲ ਮੈਂਬਰੇਨ ਲੱਗੀ ਹੋਣ ਕਰਕੇ ਉਹਦੇ ਵਿੱਚ ਉਹ ਸੈਮੀ ਪਰਮੀਏਬਲ ਦਾ ਕੰਮ ਕਰੂਗੀ, ਮਤਲਬ ਸਿਰਫ ਵਾਟਰ ਸੋਇਲ 'ਚੋਂ ਆ ਜਾਊਗਾ रूट हेयर ਵੱਲ, ਬਾਕੀ ਵੱਡੇ ਵੱਡੇ ਪਾਰਟੀਕਲਸ ਕੀ ਉਹਨੂੰ ਉਹ ਅੰਦਰ ਨਹੀਂ ਆਉਣ ਦਊਗੀ। ਠੀਕ ਹੈ, ਤਾਂ ਜਿਹੜੀ ਮਿੱਟੀ ਹੁੰਦੀ ਹੈ, ਜੇ ਮੰਨ ਲਓ ਰੂਟਸ ਹੈ, ਰੂਟਸ ਦੇ ਵਿੱਚ ਮਿੱਟੀ ਹੈ, ਮਿੱਟੀ ਦੇ ਵਿੱਚ ਪਾਣੀ ਜ਼ਿਆਦਾ ਹੈ, रूट हेयर्स ਪਾਣੀ ਘੱਟ ਹੈ, ਤਾਂ ਉਹ ਕੀ ਕਰੂਗਾ, ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਪਾਣੀ ਨੂੰ ਖਿੱਚੂਗਾ ਅਤੇ ਉਹਨੂੰ ਅਪਵਰਡ ਮੂਵਮੈਂਟ ਦੇ ਥਰੂ, ਪੈਸਿਵ ਟਰਾਂਸਪੋਰਟ ਦੇ ਥਰੂ ਉਹਨੂੰ ਉੱਪਰ ਭੇਜ ਦੂਗਾ। ਠੀਕ ਹੈ, the difference in the concentration leads to setting up of process of osmosis and water moves into the root through the semi permeable cell membrane। ठीक है, नेक्स्ट आ गया अपने को ऑस्मोसिस की डायग्राम बनाई हुई है भी, बहुत सारे पार्टिकल्स हैं बट ओनली सिलेक्टेड पार्टिकल्स की है अंदर जा रहे हैं। ठीक है, नाउ द एडजॉइनिंग सेल ऑफ रूट हेयर कॉर्टेक्स सेल हैव लैस कंसनट्रेशन ऑफ वाटर। देखो ये भी की समझाया होया, ਜਿਹੜੇ रूट हेयर्स ਹੁੰਦੇ ਆ ਨਾ, रूट हेयर्स भी ਹੁੰਦੇ ਆ ਜਿਹੜੇ ਉਹ ਮਤਲਬ ਕਿ ਮੰਨ ਲਓ ਇੱਕ रूट हेयर ਹੈ, ਆ ਸੈਕਿੰਡ रूट हेयर ਹੈ, ਥਰਡ रूट हेयर ਹੈ, ਇਹ ਜਿਹੜੇ रूट हेयर ਦੇ ਵਿੱਚ ਥੋੜ੍ਹੀ ਜੁਆਇਨਿੰਗ ਆ ਰਹੀ ਹੈ, ਐਡਜੋਇਨਿੰਗ ਆ ਰਹੀ ਹੈ, ਇਹਨੂੰ ਆਪਾਂ ਕਾਰਟੈਕਸ ਸੈੱਲ ਬੋਲਦੇ ਹੁੰਦੇ ਹਾਂ। ਇਹ ਕਾਰਟੈਕਸ ਸੈੱਲ ਦੇ ਵਿੱਚ ਜਿਹੜੀ ਵਾਟਰ ਕੰਸਨਟ੍ਰੇਸ਼ਨ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ रूट हेयर्स। ਜਿਹੜੇ रूट हेयर्स ਐਕਚੁਅਲ ਹੋਣਗੇ, ਜਿਵੇਂ ਜਿਵੇਂ ਉੱਪਰ ਜਾਣਗੇ, ਇਹਨਾਂ ਐਡਜੋਇਨਿੰਗ ਦੇ ਵਿੱਚ ਵਾਟਰ ਕੰਸਨਟ੍ਰੇਸ਼ਨ ਘੱਟ ਹੁੰਦੀ ਹੈ। ਤਾਂ ਵਾਟਰ ਕੰਸਨਟ੍ਰੇਸ਼ਨ ਘੱਟ ਹੋਣ ਕਰਕੇ ਉਹਨਾਂ ਨੂੰ ਕੀ ਹੈ, ਜਿਹੜੇ ਵਾਟਰ ਹੈ ਉਹ ਬਾਅਦ 'ਚੋਂ ਇਹਨਾਂ ਵਿੱਚ ਮੂਵ ਕਰਨਾ ਸ਼ੁਰੂ ਹੋਊਗਾ, ਕਿਉਂਕਿ ਇੱਥੇ रूट हेयर ਵਿੱਚ ਤਾਂ ਵਾਟਰ ਹੁਣ ਆ ਗਿਆ ਸੋਇਲ ਤੋਂ, ਹੁਣ ਉਹ रूट हेयर ਕੀ ਹੈ ਉੱਪਰ ਪਾਣੀ ਪਹੁੰਚਾਊਗਾ, ਪਹਿਲਾਂ ਇੱਥੇ ਪਹੁੰਚਾਇਆ, ਫਿਰ ਇੱਥੇ ਪਹੁੰਚਾਇਆ, ਫਿਰ ਨੈਕਸਟ ਪਹੁੰਚਾਇਆ, ਉਹ ਕਿਹਦੇ ਪ੍ਰੋਸੈਸ ਨਾਲ ਪਹੁੰਚਾਊਗਾ, ਔਸਮੋਸਿਸ ਦੇ ਪ੍ਰੋਸੈਸ ਨਾਲ। ਠੀਕ ਹੈ, ਫਾਈਨਲੀ ਜਦੋਂ ਇਹ ਮਤਲਬ ਕੀ ਹੈ ਸਾਰਾ ਉੱਪਰ ਜਾਈ ਜਾਊਗਾ, ਜਦੋਂ ਸਟੈਮ ਦੀ ਗੱਲ ਆਊਗੀ, ਹੁਣ ਸਟੈਮ ਤੋਂ ਬਾਅਦ ਤਾਂ ਉਹਨੇ ਲੀਵਸ ਕੋਲ ਜਾਣਾ ਨਾ, ਲੀਵਸ ਕੋਲ ਜਾਊਗਾ ਫਿਰ ਹੀ ਤਾਂ ਫੂਡ ਬਣਾਊਗਾ ਲੀਫ, ਕਿਉਂਕਿ ਗ੍ਰੀਨ ਪਾਰਟ ਆਫ ਪਲਾਂਟ ਨੇ ਫੂਡ ਬਣਾਉਣਾ ਹੈ। ਤਾਂ ਉਹ ਸਾਰਾ ਕੁਛ ਕੰਮ ਕੌਣ ਕਰੂਗਾ ਅੱਗੇ, ਜ਼ਾਈਲਮ। ਜ਼ਾਈਲਮ ਦਾ ਮੇਨ ਕੰਮ ਕੀ ਹੋਊਗਾ, ਨੀਚੋਂ ਦੀ ਵਾਟਰ ਜਾਂ ਮਿਨਰਲਸ ਨੂੰ ਲੈਣਾ ਹੈ, ਉਹਨੂੰ ਉੱਪਰ ਲੀਵਸ ਤੱਕ ਛੱਡ ਕੇ ਆਉਣਾ, ਤਾਂ ਇਹ ਜ਼ਾਈਲਮ ਦਾ ਕੰਮ ਹੋਊਗਾ। ਦਿਸ ਅਬਜ਼ੋਰਪਸ਼ਨ ਟੇਕਸ ਪਲੇਸ ਅਲੋਂਗ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਵਿਦਾਊਟ ਯੂਜ਼ਿੰਗ ਐਨੀ ਐਨਰਜੀ। ਇਹਦੇ ਵਿੱਚ ਕੀ ਹੈ ਕਿ ਜਦੋਂ ਜਿਹੜਾ ਪਾਣੀ ਹੈ, ਉਹ ਪਾਣੀ ਤਾਂ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਮੂਵ ਕਰਦਾ ਹੈ, ਇਹਦੇ ਵਿੱਚ ਕੋਈ ਵੀ ਐਨਰਜੀ ਦਾ ਯੂਜ਼ ਨਹੀਂ ਹੁੰਦਾ। ਤਾਂ ਕੋਈ ਵੀ ਐਨਰਜੀ ਦਾ ਯੂਜ਼ ਨਹੀਂ ਹੋਊਗਾ ਤਾਂ ਰੂਟਸ ਇੱਕ ਆਪਦਾ ਹੀ ਪ੍ਰੈਸ਼ਰ ਪਾ ਰਹੇ ਆ, रूट आपदा ही एक प्रैशर पा रहे हैं ਤਾਂ ਜੋ ਕਿ ਪਾਣੀ ਉੱਪਰ ਮੂਵ ਕਰੀ ਜਾਵੇ, ਤਾਂ ਉਹਨੂੰ ਆਪਾਂ ਬੋਲਦੇ ਹਾਂ रूट ਪ੍ਰੈਸ਼ਰ। ਠੀਕ ਹੈ, ਤਾਂ रूट ਪ੍ਰੈਸ਼ਰ ਕੀ ਹੋ ਜਾਊਗਾ, रूट ਪ੍ਰੈਸ਼ਰ ਡੈਫੀਨੇਸ਼ਨ ਤੁਸੀਂ ਲਰਨ ਰੱਖਣੀ ਹੈ। रूट ਪ੍ਰੈਸ਼ਰ ਇਜ਼ ਅ pressure that develops in the root due to movement of water which pushes water from the roots into the xylem। ਕਿ ਜਿਹੜਾ ਰੂਟਸ ਤੋਂ ਜ਼ਾਈਲਮ ਤੱਕ ਹੁਣ ਪਾਣੀ ਜਾਣਾ ਹੈ, ਉਹ ਰੂਟ ਹੀ ਆਪਦਾ ਇੱਕ ਪ੍ਰੈਸ਼ਰ ਐਗਜ਼ਰਟ ਕਰ ਦੋ, ਉਹਨੂੰ ਪ੍ਰੈਸ਼ਰ ਦਊਗਾ ਪਾਣੀ ਨੂੰ, ਤਾਂ ਜੋ ਕਿ ਉਹ ਉਹਨੂੰ ਕਹੂਗਾ ਤੂੰ ਜਾਂ ਤੂੰ ਜ਼ਾਈਲਮ ਤੱਕ ਚੱਲ ਜਾ, ਅਤੇ ਜ਼ਾਈਲਮ ਤੋਂ ਅੱਗੇ ਜਾ ਕੇ ਕੀ ਹੈ ਤੂੰ ਲੀਫ ਕੋਲ ਚੱਲ ਜੀ, ਅਤੇ ਲੀਫ ਕੇ ਆਪਦਾ ਫੂਡ ਆਪ ਤਿਆਰ ਕਰ ਲਓ। ਇਹਨੂੰ ਬੋਲਦੇ ਹਾਂ ਆਪਾਂ रूट ਪ੍ਰੈਸ਼ਰ। ਨੈਕਸਟ ਆਪਣੇ ਕੋਲ ਡਾਇਗਰਾਮ ਬਣਾਈ ਹੋਈ ਹੈ ਐਬਜ਼ੋਰਪਸ਼ਨ ਆਫ ਵਾਟਰ ਬਾਏ ਰੂਟਸ, ਕਿ ਇੱਥੋਂ ਮਤਲਬ रूट हेयर्स ਤੋਂ ਵਾਟਰ ਐਬਜ਼ੋਰਬ ਹੋ ਕੇ ਨੈਕਸਟ ਐਪੀਡਰਮਲ ਸੈੱਲ ਰੂਟਸ,
ਜਿੱਥੇ ਆ ਕੇ ਰੂਟਸ ਮਤਲਬ ਐਡਜੋਇਨਿੰਗ ਹੋ ਰਹੀ ਹੈ, ਐਡਜੋਇਨਿੰਗ ਤੋਂ ਬਾਅਦ ਅੱਗੇ ਅੱਗੇ ਜਾ ਕੇ ਉਹ ਜ਼ਾਈਲਮ ਤੱਕ ਲਾਸਟ 'ਤੇ ਮੂਵ ਕਰ ਜਾਣਗੇ। ਨੈਕਸਟ ਆ ਗਿਆ ਆਪਣੇ ਕੋਲ ਐਬਜ਼ੋਰਪਸ਼ਨ ਆਫ ਮਿਨਰਲਸ ਬਾਈ ਰੂਟਸ। ਹੁਣ ਇਹ ਵਾਟਰ ਦੀ ਗੱਲ ਤਾਂ ਖਤਮ ਹੋ ਗਈ, ਆਪਾਂ ਪੜ੍ਹ ਲਿਆ ਕਿ ਕਿਵੇਂ ਰੂਟ ਹੇਅਰ ਵਾਟਰ ਨੂੰ ਉੱਪਰ ਲੈ ਕੇ ਜਾਂਦੇ ਆ, ਕਿਵੇਂ ਜ਼ਾਈਲਮ ਤੱਕ ਛੱਡ ਕੇ ਆਉਂਦੇ ਆ। ਹੁਣ ਆਪਾਂ ਗੱਲ ਕਰਨੀ ਹੈ ਮਿਨਰਲਸ ਦੀ, ਕਿ ਐਕਚੁਅਲੀ ਜਿਹੜੇ ਰੂਟਸ ਹੈ ਇਹ ਮਿਨਰਲਸ ਕਿਵੇਂ ਉੱਪਰ ਤੱਕ ਲੈ ਕੇ ਜਾਂਦੇ ਆ, ਅਤੇ ਜਿਹੜੇ ਪ੍ਰੋਸੈਸ ਨਾਲ ਇਹ ਮਿਨਰਲਸ ਨੂੰ ਉੱਪਰ ਲੈ ਕੇ ਜਾਂਦੇ ਆ ਉਹ ਹੁੰਦਾ ਐਕਟਿਵ ਟਰਾਂਸਪੋਰਟ। ਐਕਟਿਵ ਟਰਾਂਸਪੋਰਟ ਵਿੱਚ ਕੀ ਹੈ, ਮਿਨਰਲਸ ਦੀ ਗੱਲ ਕਰਨੀ ਹੈ। ਮਿਨਰਲਸ ਜਿਵੇਂ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਵਾਟਰ ਦੇ ਨਾਲ ਨਾਲ ਇਹ ਸਾਰੇ ਮਿਨਰਲਸ ਵੀ ਕੀ ਹੈ, ਜਿਹੜਾ ਰੂਟਸ ਹੈ ਉਹ ਆਪਦੇ ਵੱਲ ਅਟਰੈਕਟ ਕਰਦਾ ਹੈ, ਆਪਦੇ ਵੱਲ ਖਿੱਚਦਾ ਹੈ। ਠੀਕ ਹੈ, ਜਿਹੜੇ ਇਹ ਮਿਨਰਲਸ ਹੁੰਦੇ ਆ, ਮਿਨਰਲਸ ਆਰ ਐਬਜ਼ੋਰਬਡ ਮੇਨਲੀ ਇਨ ਦਾ ਫਾਰਮ ਆਫ ਆਇਨਸ, ਜਿਵੇਂ ਆਇਨਸ Ca2 ਪੋਜ਼ੀਟਿਵ, ਕੈਲਸ਼ੀਅਮ ਦਾ, ਪੋਟਾਸ਼ੀਅਮ K ਪੋਜ਼ੀਟਿਵ, ਮੈਗਨੀਸ਼ੀਅਮ Mg2 ਪੋਜ਼ੀਟਿਵ। ਤਾਂ ਆਇਨਸ ਦੀ ਇਹ ਹੁੰਦੇ ਆ ਆਇਨਸ ਜਿਹਦੇ ਉੱਪਰ ਕਟਾਇਨ ਜਾਂ ਅਨਾਇਨ ਹੋਣ। ਠੀਕ ਹੈ, ਇਹ ਆਇਨਸ ਦੀ ਫਾਰਮ ਵਿੱਚ ਜਿਹੜੇ ਮਿਨਰਲ ਹੈ ਉਹ ਐਪੀਡਰਮੀਨਲ ਸੈੱਲ ਕਿਹੜਾ ਸੀ, ਜਿਹੜੀ ਰੂਟ ਦੀ ਐਕਸਟੈਂਸ਼ਨ ਆਸੇ ਪਾਸੇ ਵਾਲਾ ਸੈੱਲ ਸੀਗਾ ਜਿਹਦੇ ਥਰੂ ਉਹਨੇ ਖਿੱਚਣਾ ਮਤਲਬ ਮਿਨਰਲਸ ਨੂੰ, ਐਜ਼ ਵੈਲ ਐਜ਼ ਰੂਟ ਹੇਅਰਸ। ਤਾਂ ਇਹ ਜਿਹੜੇ ਆਇਨਸ ਦੀ ਫਾਰਮ ਵਿੱਚ ਹੈ ਇਹਨਾਂ ਕੋਲ ਜਾਣਗੇ ਐਪੀਡਰਮੀਨਲ ਸੈੱਲ, ਅਤੇ ਰੂਟ ਹੇਅਰਸ ਵੱਲ ਆਇਨਸ ਦੀ ਫਾਰਮ ਵਿੱਚ ਜਾਣਗੇ ਸਾਰੇ ਮਿਨਰਲਸ। ਦ ਮਿਨਰਲ ਅਬਜ਼ੋਰਪਸ਼ਨ ਟੇਕਸ ਪਲੇਸ ਬਾਈ 2 ਪ੍ਰੋਸੈਸਿਸ। ਜਿਹੜੀ ਹੁਣ ਮਿਨਰਲ ਲੈਣੇ ਆ ਰੂਟਸ ਨੇ ਉਹ 2 ਪ੍ਰੋਸੈਸਿਸ ਨਾਲ ਪੋਸੀਬਲ ਹੈਗਾ। ਫਸਟ ਤਾਂ ਡਿਫਿਊਜ਼ਨ, ਸੈਕਿੰਡ ਹੈਗਾ ਐਕਟਿਵ ਟਰਾਂਸਪੋਰਟ। ਹੁਣ ਆਪਾਂ 1 ਬਾਏ 1 ਪੜ੍ਹਾਂਗੇ। ਐਕਟਿਵ ਟਰਾਂਸਪੋਰਟ ਕਿਵੇਂ ਯੂਜ਼ ਹੋਊਗੀ, ਡਿਫਿਊਜ਼ਨ ਕਿਵੇਂ ਯੂਜ਼ ਹੋਊਗੀ। ਵੈਨਐਵਰ ਦ ਕੰਸਨਟ੍ਰੇਸ਼ਨ ਆਫ ਮਿਨਰਲ ਇਜ਼ ਮੋਰ ਇਨ ਸੋਇਲ, ਮੰਨ ਲਓ ਆਹ ਕੀ ਹੈ, ਮਿੱਟੀ ਹੈ, ਮਿੱਟੀ ਦੇ ਵਿੱਚ ਰੂਟਸ ਹੈ ਪਲਾਂਟ ਦੀਆਂ, ਤਾਂ ਆਹ ਪਲਾਂਟ ਹੈ। ਠੀਕ ਹੈ, ਅਗਰ ਤਾਂ ਮਿੱਟੀ ਦੇ ਵਿੱਚ ਹੀ ਜਿਹੜਾ ਮਿਨਰਲਸ ਦੀ ਮਾਤਰਾ ਜ਼ਿਆਦਾ ਹੋਈ ਐਜ਼ ਕੰਪੇਅਰ ਟੂ ਰੂਟ ਹੇਅਰ, ਤਾਂ ਓਬਵੀਅਸ ਹੈ ਫਿਰ ਜਿਹੜੇ ਇਹ ਮਿਨਰਲਸ ਹੈ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਜਾਣਗੇ ਡਿਫਿਊਜ਼ਨ ਦੇ ਪ੍ਰੋਸੈਸ ਨਾਲ, ਅਤੇ ਰੂਟ ਹੇਅਰ ਤੱਕ ਪਹੁੰਚ ਜਾਣਗੇ। ਤਾਂ ਇਹ ਤਾਂ ਸਿੰਪਲ ਹੋ ਗਿਆ। ਠੀਕ ਹੈ, ਬਟ ਸੈਕਿੰਡ ਕੇਸ ਕੀ ਹੈ, generally the concentration of certain ions like nitrates, phosphates, potassium is higher inside the root hair। ਕਹਿੰਦੇ ਪਰ ਜਿਹੜੇ ਬਾਕੀ ਆਇਨਸ ਹੈ ਜਿਵੇਂ ਨਾਈਟ੍ਰੇਟ ਆਇਨਸ, ਫੋਸਫੇਟ ਆਇਨ, ਪੋਟਾਸ਼ੀਅਮ ਆਇਨਸ, ਇਹ ਸਾਰੇ ਆਇਨਸ ਦੀ ਕੰਸਨਟ੍ਰੇਸ਼ਨ ਰੂਟ ਹੇਅਰਸ ਵਿੱਚ ਜ਼ਿਆਦਾ ਹੁੰਦੀ ਹੈ। ਵੀ ਸੋਇਲ, ਜਿਹੜਾ ਸੋਇਲ ਦਾ ਵਾਟਰ ਹੈ ਉਹਦੇ ਵਿੱਚ ਇਹ ਇੰਨੇ ਆਇਨਸ ਨਹੀਂ ਪ੍ਰੈਜ਼ੈਂਟ ਹੁੰਦੇ, ਰੂਟ ਹੇਅਰਸ ਵਿੱਚ ਜ਼ਿਆਦਾ ਆਇਨਸ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, even these minerals are absorbed from the soil by the roots hair cells। ਜਾਂ ਤਾਂ ਮਤਲਬ ਇਹ ਕੀ ਕਰੂਗਾ, ਮਿਨਰਲਸ ਰੂਟ ਹੇਅਰ ਸੈੱਲ ਅਬਜ਼ੋਰਬ ਕਰ ਲੂਗਾ ਆਪਦੇ ਵੱਲ, ਬਾਅਦ ਵਿੱਚ ਕੀ ਕਰੂਗਾ, ਮੋਰ ਓਵਰ uptake of ions into the root hair cells is from region of lower concentration in the soil, thus requires the expenditure of energy। ਦੇਖੋ ਆਪਾਂ ਤਾਂ ਮੇਨ ਗੱਲ ਆਪਣੀ ਕੀ ਹੋਈ ਸੀਗੀ, ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਅਗਰ ਤਾਂ ਕੋਈ ਮੂਵ ਕਰੇ ਤਾਂ ਠੀਕ ਹੈ, ਉਹ ਡਿਫਿਊਜ਼ਨ ਜਾਂ ਓਸਮੋਸਿਸ ਹੋ ਗਿਆ। ਪਰ ਮੈਂ ਇੱਥੇ ਕਹਿ ਰਹੀ ਹਾਂ ਕਿ ਜਿਹੜੇ ਰੂਟ ਹੇਅਰਸ ਦੇ ਵਿੱਚ ਫੋਸਫੇਟਸ, ਨਾਈਟ੍ਰੇਟਸ, ਇਹਨਾਂ ਦੀ ਮਾਤਰਾ ਰੂਟ ਹੇਅਰਸ ਵਿੱਚ ਜ਼ਿਆਦਾ ਹੁੰਦੀ ਹੈ, ਬਟ ਸੋਇਲ ਦੇ ਵਾਟਰ ਵਿੱਚ ਜਾਂ ਸੋਇਲ ਵਿੱਚ ਘੱਟ ਹੁੰਦੀ ਹੈ। ਬਟ ਸਟਿਲ ਉਹਨੇ ਖਿੱਚਣਾ ਤਾਂ ਹੈਗਾ, ਫਿਰ ਵੀ ਉਹ ਖਿੱਚੂਗਾ ਤਾਂ ਸਹੀ ਨਾ, ਫਿਰ ਵੀ ਜਾ ਤਾਂ ਰਿਹਾ ਉਹਦੇ ਵੱਲ। ਹੁਣ ਇਹ ਤਾਂ ਪੁੱਠਾ ਹੋ ਗਿਆ ਵੀ ਲੋਅਰ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ ਮੂਵ ਕਰੀ ਜਾਂਦਾ। ਮਿੱਟੀ ਵਿੱਚ ਤਾਂ ਇੰਨੇ ਨਿਊਟ੍ਰੀਐਂਟਸ ਹੈ ਹੀ ਨਹੀਂ ਸੀਗੇ, ਤਾਂ ਫਿਰ ਵੀ ਉਹਨੇ ਰੂਟ ਹੇਅਰ ਨੇ ਖਿੱਚਣਾ ਹੁਣ ਨਿਊਟ੍ਰੀਐਂਟਸ ਨੂੰ। ਤਾਂ ਕੋਈ ਵੀ ਚੀਜ਼ ਅਗਰ ਆਪਾਂ ਅਗੇਂਸਟ ਕਰ ਰਹੇ ਹਾਂ ਤਾਂ ਅਗੇਂਸਟ ਕਰਨ ਲਈ ਆਪਾਂ ਨੂੰ ਕੋਈ ਨਾ ਕੋਈ ਐਨਰਜੀ ਲਾਉਣੀ ਪੈਣੀ ਹੈ। ਤਾਂ ਜਿਹੜੀ ਐਨਰਜੀ ਇਹ ਰੂਟ ਹੇਅਰਸ ਲਗਾ ਰਹੇ ਹੈ ਤਾਂ ਜੋ ਕਿ ਇਹ ਮਤਲਬ ਨਿਊਟ੍ਰੀਐਂਟਸ ਇਹਨਾਂ ਵੱਲ ਆ ਜਾਣ, ਤਾਂ ਉਹ ਐਨਰਜੀ ਆਪਣੀ ਹੁੰਦੀ ਹੈ ATP ਦੀ ਫਾਰਮ ਵਿੱਚ। ਉਹ ਐਨਰਜੀ ਕਿਹੜੀ ਹੁੰਦੀ ਹੈ, ATP ਦੀ ਫਾਰਮ 'ਚ। ਅਤੇ ਇਹੀ ਜਿਹੜਾ ਪ੍ਰੋਸੈਸ ਹੁੰਦਾ ਮਿਨਰਲ ਅਬਜ਼ੋਰਪਸ਼ਨ ਦਾ ਪ੍ਰੋਸੈਸ, ਉਹਨੂੰ ਆਪਾਂ ਬੋਲਦੇ ਹਾਂ ਐਕਟਿਵ ਪ੍ਰੋਸੈਸ। ਠੀਕ ਹੈ, ਅਤੇ ਹੁਣ ਇਹ ਐਨਰਜੀ ਆਉਂਦੀ ਕਿੱਥੋਂ ਹੈ, ATP ਵਾਲੀ ਐਨਰਜੀ ਆਉਂਦੀ ਕਿੱਥੋਂ ਹੈ, ਜਿਹੜਾ ਪਲਾਂਟ ਰੈਸਪੀਰੇਸ਼ਨ ਕਰਦਾ, ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦਾ ਹੈ, ਜਾਂ ਰਾਤ ਨੂੰ ਆਕਸੀਜਨ ਲੈ ਕੇ ਕਾਰਬਨ ਡਾਈਆਕਸਾਈਡ ਛੱਡਦਾ ਹੈ। ਉਹ ਰੈਸਪੀਰੇਸ਼ਨ ਦੇ ਥਰੂ ਜਿਹੜੀ ਐਨਰਜੀ ਉਹਦੇ ਵਿੱਚ ਸਟੋਰ ਆਲਰੇਡੀ ਹੋਈ ਸੀ, ਉਹੀ ਐਨਰਜੀ ਉਹ ਯੂਜ਼ ਕਰਕੇ ਕੀ ਹੈ, ਇਹ ਲੋਅਰ ਟੂ ਹਾਇਰ ਕੰਸਨਟ੍ਰੇਸ਼ਨ ਥੋੜ੍ਹਾ ਜਿਹਾ ਪੁੱਠਾ ਕੰਮ ਕਰਦਾ। ਠੀਕ ਹੈ, in other words active transport is a process which requires ATP। ਪੈਸਿਵ ਟਰਾਂਸਪੋਰਟ ਵਿੱਚ ਤਾਂ ਆਪਾਂ ਨੂੰ ਕੋਈ ਐਨਰਜੀ ਦੀ ਲੋੜ ਨਹੀਂ ਪਈ ਸੀ, ਕਿਉਂਕਿ ਸਹੀ ਕੰਮ ਹੋ ਰਿਹਾ ਸੀ, ਹਾਇਰ ਟੂ ਲੋਅਰ ਜਾ ਰਿਹਾ ਸੀ, ਬਸ ਠੀਕ ਹੈ, ਐਨਰਜੀ ਦੀ ਕੀ ਲੋੜ ਹੈ। ਬਟ ਐਕਟਿਵ ਟਰਾਂਸਪੋਰਟ ਦੇ ਵਿੱਚ ਹੁਣ ਉਹਨੇ ਕੀ ਹੈ, ਲੋਅਰ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ ਮੂਵ ਕਰਨਾ ਥਰੂ ਅ ਸੈਮੀ ਪਰਮੀਏਬਲ ਮੈਂਬਰੇਨ। ਹੁਣ ਸੈਮੀ ਪਰਮੀਏਬਲ ਮੈਂਬਰੇਨ ਕਿਹੜੀ ਸੀਗੀ, ਜਿਹੜੀ ਐਪੀਡਰਮੀਨਲ ਰੂਟ ਹੇਅਰ ਦੇ ਉੱਪਰਲੀ ਐਪੀਡਰਮੀਨਲ ਸੈੱਲ ਸੀਗੀ, ਉਹ ਸੈੱਲ ਦੇ ਵਿੱਚ ਜਿਹੜੀ ਸੈੱਲ ਉਹ ਲੱਗੀ ਹੁੰਦੀ ਸੈਮੀ ਪਰਮੀਏਬਲ ਮੈਂਬਰੇਨ। ਠੀਕ ਹੈ, ਤਾਂ ਇੱਥੇ ਐਕਟਿਵ ਟਰਾਂਸਪੋਰਟ ਵਿੱਚ ਮੈਨੂੰ ATP ਦੀ ਐਡੀਨੋਸਿਨ ਟ੍ਰਾਈਫਾਸਫੇਟ ਐਨਰਜੀ ਦੀ ਲੋੜ ਪਊਗੀ।
ठीक है, मतलब प्लांट ਨੂੰ ਪਾਊਗੀ। The ions and water move upward against gravity to the top of the plant through the xylem। ਹੁਣ ਠੀਕ ਹੈ, ਚਲੋ ਆਪਣੀ ਇਹ ਗੱਲ ਖਤਮ ਹੋ ਗਈ ਕਿ ਪਲਾਂਟ ਨੇ ਉਹ ਵੀ ਖਿੱਚ ਲਿਆ, ਪਾਣੀ ਵੀ ਖਿੱਚ ਲਿਆ ਪੈਸਿਵ ਟਰਾਂਸਪੋਰਟ ਨਾਲ, ਮਿਨਰਲ ਵੀ ਖਿੱਚ ਲਏ ਐਕਟਿਵ ਟਰਾਂਸਪੋਰਟ ਨਾਲ, ਐਨਰਜੀ ਵੀ ਇੱਥੇ ਵੇਸਟ ਕਰਤੀ ਵਿਚਾਰੇ ਨੇ। ਹੁਣ ਕੀ ਹੈ, ਉਹਨੇ ਵਾਟਰ ਅਤੇ ਮਿਨਰਲਸ ਨੂੰ ਉੱਪਰ ਬਹੁਤ ਵੱਡਾ ਟਰੀ ਮੰਨ ਲਓ ਪੂਰੇ ਪਾਰਟ ਆਫ ਪਲਾਂਟ ਤੱਕ ਲੈ ਕੇ ਜਾਣਾ। ਹੁਣ ਉਹ ਡਿਫਿਊਜ਼ਨ ਤੱਕ ਤਾਂ ਐਡੀ ਦੂਰ ਲਿਜਾ ਨਹੀਂ ਸਕਦਾ, ਡਿਫਿਊਜ਼ਨ ਦਾ ਮੈਂ ਦੱਸਿਆ ਸੀ ਨੇੜੇ ਨੇੜੇ ਵਾਲੇ ਸੈੱਲ ਮੇਨ ਕਰ ਸਕਦੀ ਹੈ, ਤਾਂ ਉਹ ਦੂਰ ਤੱਕ ਪਾਰਟਸ ਆਫ ਪਲਾਂਟ ਤੱਕ ਭੇਜਣ ਲਈ ਇੱਕ ਵੈਸਲਸ ਲੱਗੀਆਂ ਹੁੰਦੀਆਂ, ਟਿਊਬ ਲਾਈਕ ਸਟਰਕਚਰਸ ਲੱਗੀਆਂ ਹੁੰਦੀਆਂ, ਉਹਨੂੰ ਆਪਾਂ ਬੋਲਦੇ ਹਾਂ ਜ਼ਾਈਲਮ। ਸੋ ਵਟ ਇਜ਼ ਦ ਮੇਨ ਫੰਕਸ਼ਨ ਆਫ ਜ਼ਾਈਲਮ? ਟੂ ਟਰਾਂਸਪੋਰਟ ਵਾਟਰ ਐਂਡ ਮਿਨਰਲਸ from the roots towards the parts of plant or towards mainly toward the green parts of plant। ਠੀਕ ਹੈ, ਤੇ ਜਿਹੜਾ ਇਹ ਮੂਵਮੈਂਟ ਹੁੰਦੀ ਹੈ ਆਇਨਸ ਜਾਂ ਵਾਟਰ ਦੀ ਅਪਵਰਡ ਮੂਵਮੈਂਟ ਹੁੰਦੀ ਹੈ ਅਗੇਂਸਟ ਗ੍ਰੈਵਿਟੀ, ਇਹਨੂੰ ਆਪਾਂ ਬੋਲਦੇ ਹਾਂ ਪ੍ਰੋਸੈਸ ਨੂੰ ਬੋਲਦੇ ਹਾਂ ਆਪਾਂ ਏਸੈਂਟ ਆਫ ਸੈਪ। ਏਸੈਂਟ ਆਫ ਸੈਪ ਕਿ ਜੋ ਰੂਟ ਹੇਅਰਸ ਦੇ ਥਰੂ ਵਾਟਰ ਨੇ ਉੱਪਰ ਜਾਣਾ ਹੈ ਗ੍ਰੀਨ ਪਲਾਂਟਸ ਤੱਕ, ਉਹ ਹੁੰਦੀ ਹੈ ਏਸੈਂਟ ਆਫ ਸੈਪ। ਤੇ ਜਿਹੜਾ ਪੁੱਲ ਜਨਰੇਟਡ ਹੁੰਦਾ, ਇਹ ਜਿਹੜਾ ਪੁੱਲ ਜਨਰੇਟਡ ਹੈ, ਜਿਹੜਾ ਇੱਕ ਐਨਰਜੀ ਜਨਰੇਟ ਹੋ ਰਹੀ ਹੈ ਉੱਪਰ ਜਾਣ ਲਈ, ਉਸ ਪੁੱਲ ਨੂੰ ਆਪਾਂ ਬੋਲਦੇ ਹਾਂ ਟਰਾਂਸਪੀਰੇਸ਼ਨ ਪੁੱਲ। ਠੀਕ ਹੈ, ਵਿਚ ਕੰਟਰੀਬਿਊਟਸ ਟੂ ਦਾ ਏਸੈਂਟ ਆਫ ਸੈਪ ਟੂ ਦਾ ਟਾਲ ਟਰੀਜ਼। ਵੀ ਵੱਡੇ ਵੱਡੇ ਟਰੀਜ਼ ਦੇ ਵਿੱਚ ਜੋ ਏਸੈਂਟ ਆਫ ਸੈਪ ਵਾਲਾ ਪ੍ਰੋਸੈਸ ਹੋਣਾ ਹੁੰਦਾ, ਵੀ ਸਭ ਤੋਂ ਨੀਚੇ ਰੂਟਸ ਤੋਂ ਜੋ ਟੌਪ ਤੱਕ ਮਤਲਬ ਕਿ ਵਾਟਰ ਮਿਨਰਲਸ ਪਹੁੰਚਾਉਣੇ ਹੈ, ਉਹ ਸਾਰਾ ਕੁਝ ਟਰਾਂਸਪੀਰੇਸ਼ਨ ਪੁੱਲ ਕਰ ਸਕਦਾ। ਠੀਕ ਹੈ, ਨੈਕਸਟ ਆ ਗਿਆ ਟਰਾਂਸਪੋਰਟੇਸ਼ਨ ਸਿਸਟਮ ਇਨ ਪਲਾਂਟਸ। ਤਾਂ ਹੁਣ ਮਾਈਟ ਵੀ ਥੋੜ੍ਹਾ ਬਹੁਤ ਆਈਡੀਆ ਤੁਹਾਨੂੰ ਆ ਗਿਆ ਹੋਊਗਾ ਕਿ ਟਰਾਂਸਪੋਰਟੇਸ਼ਨ ਸਿਸਟਮ ਇਨ ਪਲਾਂਟਸ ਕਿਵੇਂ ਪੋਸੀਬਲ ਹੈ। ਇਹ ਪੋਸੀਬਲ ਹੈਗਾ ਫਸਟ ਤਾਂ ਜ਼ਾਈਲਮ ਨਾਲ, ਵੀ ਵਾਟਰ ਦੇ ਮਿਨਰਲਸ ਉੱਪਰ ਪਹੁੰਚ ਗਏ। ਸੈਕਿੰਡ ਗੱਲ ਆ ਗਈ ਫਿਲੋਇਮ ਦੀ। ਤਾਂ ਫਿਲੋਇਮ ਦਾ ਮੈਂ ਤੁਹਾਨੂੰ ਮੇਨ ਕੰਮ ਦੱਸਦਾ ਕੀ ਹੈ। ਫਿਲੋਇਮ ਦਾ ਮੇਨ ਕੰਮ ਕੀ ਹੈ, ਮੰਨ ਲਓ ਹੁਣ ਆਇਨਸ ਅਤੇ ਵਾਟਰ ਕੀ ਹੈ ਰੂਟ ਹੇਅਰਸ ਤੋਂ ਲੀਵਸ ਤੱਕ ਪਹੁੰਚ ਗਈ, ਅਤੇ ਲੀਵਸ ਨੇ ਫੋਟੋਸਿੰਥੇਸਿਸ ਨਾਲ ਖਾਣਾ ਵੀ ਬਣਾ ਲਿਆ। ਠੀਕ ਹੈ, ਚਲੋ, ਪਰ ਜਿਹੜਾ ਹੁਣ ਲੀਫ ਹੈ ਉਹ ਇਕੱਲਾ ਥੋੜ੍ਹੀ ਸਾਰਾ ਖਾਣਾ ਖਾ ਜੂਗਾ, ਉਹ ਲੀਫ ਨੇ ਸਾਰੇ ਪਾਰਟਸ ਆਫ ਪਲਾਂਟ ਤੱਕ ਉਹ ਖਾਣੇ ਨੂੰ ਪਹੁੰਚਾਉਣਾ ਹੁੰਦਾ। ਅਤੇ ਜਿਹੜੇ ਵੈਸਲਸ ਦੇ ਥਰੂ ਉਹ ਆਪਦਾ ਫੂਡ ਸਾਰੇ ਪਾਰਟਸ ਆਫ ਪਲਾਂਟ ਤੱਕ ਪਹੁੰਚਾਉਂਦਾ, ਉਹ ਹੁੰਦੇ ਆ ਫਿਲੋਇਮ, ਫਿਲੋਇਮ ਟਿਸ਼ੂਜ਼ ਜਾਂ ਫਿਲੋਇਮ ਵੈਸਲਸ। ਫਿਲੋਇਮ ਟਿਸ਼ੂ ਬੋਲਾਂਗੇ ਵੈਸੇ। ਠੀਕ ਹੈ, ਤਾਂ ਹੁਣ ਪੜ੍ਹੋ ਲਾਈਨ ਟੂ ਲਾਈਨ ਕੀ ਹੈ। ਇਨ ਪਲਾਂਟਸ ਕਹਿੰਦੇ ਜਿਹੜੇ ਵਾਟਰ ਅਤੇ ਮਿਨਰਲਸ ਹੈ ਉਹ ਮੇਨਲੀ ਕੀ ਹੈ ਸੋਇਲ ਤੋਂ ਰੂਟਸ ਲੈਂਦੇ ਆ, ਸੋਇਲ ਤੋਂ ਰੂਟਸ ਲੈ ਲੈਂਦੇ ਸਾਰੇ ਵਾਟਰ ਦੇ ਮਿਨਰਲਸ, ਅਤੇ ਉਹਨੂੰ ਹਰੇਕ ਪਾਰਟ ਆਫ ਪਲਾਂਟ ਤੱਕ ਈਜ਼ੀਲੀ ਸੋਇਲ ਉਹਨੂੰ ਵਾਟਰ ਦੇ ਮਿਨਰਲਸ ਨੂੰ ਛੱਡ ਆਉਂਦੇ ਆ। ਠੀਕ ਹੈ, ਬਟ ਜਿਹੜਾ ਫੂਡ ਹੈ ਉਹ ਤਾਂ ਕੌਣ ਪ੍ਰੀਪੇਅਰ ਕਰੂਗਾ? ਲੀਵਸ ਪ੍ਰੀਪੇਅਰ ਕਰਨਗੇ। ਅਤੇ ਜਿਹੜਾ ਫੂਡ ਹੁਣ ਲੀਵਸ ਨੇ ਪ੍ਰੀਪੇਅਰ ਕੀਤਾ, ਉਹ ਫੂਡ ਨੂੰ ਆਪਾਂ ਡਿਫਰੈਂਟ ਪਾਰਟ ਆਫ ਪਲਾਂਟ ਤੱਕ ਟਰਾਂਸਪੋਰਟ ਵੀ ਕਰਕੇ ਆਉਣਾ, ਤਾਂ ਉਹ ਟਰਾਂਸਪੋਰਟੇਸ਼ਨ ਸਿਸਟਮ ਵਿੱਚ ਆਪਾਂ ਫਿਲੋਇਮ ਲਵਾਂਗੇ, ਅਤੇ ਉੱਪਰ ਪਹੁੰਚਾਉਣ ਲਈ ਟਰਾਂਸਪੋਰਟੇਸ਼ਨ ਸਿਸਟਮ ਸੀ ਵੈਸਲਸ ਦਾ। ਤਾਂ ਇਹ ਆਪਣੇ ਕੋਲ ਹੈਗੀ ਆ ਲੋਕੇਸ਼ਨ ਆਫ ਜ਼ਾਈਲਮ ਐਂਡ ਫਿਲੋਇਮ। ਇਹ ਆਪਣੇ ਕੋਲ ਹੁੰਦੇ ਆ ਇੱਦਾਂ ਵਾਲੇ ਜ਼ਾਈਲਮ, ਇਹ ਵਾਲੇ ਹੁੰਦੇ ਆਪਣੇ ਕੋਲ ਫਿਲੋਇਮ। ਜਿਹਨੇ ਉੱਪਰ ਤੱਕ ਲੈ ਕੇ ਆਉਂਦਾ ਉਹ ਜ਼ਾਈਲਮ ਸੀ, ਜਿਹਨੇ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਛੱਡ ਕੇ ਆਉਣਾ ਉਹ ਫਿਲੋਇਮ। ਠੀਕ ਹੈ, ਫਸਟ ਆਪਾਂ ਪੜ੍ਹਨ ਲੱਗੇ ਹਾਂ ਪ੍ਰੋਪਰ ਜ਼ਾਈਲਮ ਬਾਰੇ। ਵਾਟਰ ਐਂਡ ਡਿਜ਼ੋਲਵਡ ਮਿਨਰਲਸ ਮੂਵ ਅਪ ਟੂ ਦਾ ਲੀਫ ਥਰੂ ਰੂਟਸ ਥਰੂ ਦਾ ਜ਼ਾਈਲਮ ਟਿਸ਼ੂ। ਜਿਹੜੇ ਵਾਟਰ ਦੇ ਮਿਨਰਲਸ, ਬਾਰ-ਬਾਰ ਮੈਂ ਸੇਮ ਗੱਲ ਕਹਿ ਰਹੀ ਹਾਂ, ਜੋ ਵਾਟਰ ਦੇ ਡਿਜ਼ੋਲਵਡ ਮਿਨਰਲਸ ਹੈ, ਮਿੱਟੀ ਜੋ ਰੂਟਸ ਖਿੱਚ ਰਹੀ ਹੈ, ਜੋ ਰੂਟਸ ਖਿੱਚ ਰਹੀ ਹੈ ਮਿੱਟੀ ਤੋਂ, ਉਹ ਉੱਪਰ ਤੱਕ ਕਿਵੇਂ ਪਹੁੰਚਣਗੇ, ਲੀਵਸ ਤੱਕ ਕਿਵੇਂ ਪਹੁੰਚਣਗੇ? ਜ਼ਾਈਲਮ ਟਿਸ਼ੂ ਦੇ ਥਰੂ। ਜ਼ਾਈਲਮ ਟਿਸ਼ੂ ਵੀ ਅੱਗੇ 4 ਡਿਫਰੈਂਟ ਕਾਈਂਡ ਆਫ ਸੈਲਸ ਤੋਂ ਬਣਿਆ ਹੁੰਦਾ। ਠੀਕ ਹੈ, ਕਿਹੜੇ ਕਿਹੜੇ ਹੁੰਦੇ ਆ? ਜ਼ਾਈਲਮ ਵੈਸਲਸ, ਟ੍ਰੈਕਿਆਰਡਸ, ਜ਼ਾਈਲਮ ਫਾਈਬਰ ਅਤੇ ਜ਼ਾਈਲਮ ਪੈਰਨਕਾਈਮਾ। ਆਹ ਹੁੰਦਾ ਜ਼ਾਈਲਮ ਪੈਰਨਕਾਈਮਾ, ਜੋ ਮੇਨਲੀ ਲੇਟਰਲ ਫਲੋ ਲਈ ਹੈਲਪਫੁਲ ਹੁੰਦਾ। ਲੇਟਰਲ ਫਲੋ, ਲੈਟਰਲ ਫਲੋ ਦਾ ਮਤਲਬ ਕੀ ਹੈ? ਹੁਣ ਜ਼ਰੂਰੀ ਥੋੜ੍ਹੀ ਹੈ ਕਿ ਵਾਟਰ ਅਤੇ ਆਇਨਸ ਜਿਹੜੇ ਆਪਾਂ ਨੀਚੋਂ ਲਏ ਮਿੱਟੀ ਤੋਂ, ਉਹ ਇੱਦਾਂ ਇੱਦਾਂ ਹੀ ਮੂਵ ਕਰੀ ਜਾਣਗੇ ਉੱਪਰ ਉੱਪਰ ਹੀ। ਕਈ ਵਾਰ ਉਹਨੇ ਇੱਦਾਂ ਵੀ ਜਾਣਾ ਲੀਫ ਵੱਲ, ਇੱਧਰ ਲੀਫ ਹੋਊਗੀ, ਇੱਧਰ ਲੀਫ ਹੋਊਗੀ, ਤਾਂ ਜਿਹੜਾ ਲੇਟਰਲ ਮੂਵਮੈਂਟ ਹੈ ਉਹ ਆ ਕਰੂਗਾ ਜ਼ਾਈਲਮ ਪੈਰਨਕਾਈਮਾ। ਠੀਕ ਹੈ, ਜਿਹੜੇ ਆ ਟ੍ਰੈਕਿਆਰਡਸ ਹੋਣਗੇ ਇਹ ਟੈਪਰਿੰਗ ਹੋਣਗੇ, ਮਤਲਬ ਇੱਦਾਂ ਦੀ ਸ਼ੇਪ ਵਾਲੇ ਆ, ਟੈਪਰਡ ਸ਼ੇਪ। ਟੈਪਰਡ ਮਤਲਬ ਤਿੱਖੇ ਹੁੰਦੇ ਇੱਧਰੋਂ, ਅਤੇ ਇੱਥੇ ਇਹਦੀਆਂ ਆ ਲੱਗੇ ਹੁੰਦੇ ਆ, ਹੋਲਸ ਲੱਗੇ ਹੁੰਦੇ ਆ, ਹੋਲਸ ਦੇ ਥਰੂ ਵਾਟਰ ਮੂਵ ਕਰੂਗਾ ਅਪਵਰਡ ਨੂੰ। ਠੀਕ ਹੈ, ਹੋਰ ਆਪਣੇ ਕੋਲ ਕੀ ਹੈ? ਜ਼ਾਈਲਮ ਵੈਸਲਸ ਹੈ, ਇਹ ਵੀ ਕੰਡਕਟਿੰਗ ਹੈ, ਉੱਪਰ ਨੂੰ ਵਾਟਰ ਮਿਨਰਲਸ ਲੈ ਕੇ ਜਾਊਗਾ। ਅਤੇ ਹੋਰ ਕੀ ਰਹਿ ਗਿਆ? ਜ਼ਾਈਲਮ ਫਾਈਬਰਸ, ਇਹ ਵੀ ਉਹੀ ਕੰਮ ਹੈ ਕਿ ਬਸ ਇਹਨੇ ਕੰਡਕਸ਼ਨ ਕਰਨੀ ਹੈ ਵਾਟਰ ਦੀ ਮਿਨਰਲਸ। ਬਾਕੀ ਆਪਾਂ 1 ਬਾਏ 1 ਰੀਡ ਵੀ ਕਰਨ ਲੱਗੇ ਹਾਂ। ਫਸਟ ਕੀ ਆਪਣੇ ਕੋਲ? ਜ਼ਾਈਲਮ ਵੈਸਲਸ। ਪਹਿਲਾਂ ਸਟਰਕਚਰ 'ਚ ਦੇਖ ਲਓ, ਜ਼ਾਈਲਮ ਵੈਸਲਸ ਆ ਰਿਹਾ, ਜ਼ਾਈਲਮ ਵੈਸਲ ਆਹ ਵਾਲਾ, ਆਹ ਵਾਲਾ, ਆ ਪੂਰੀ ਇਨਸਾਈਡ ਚੀਜ਼ ਜ਼ਾਈਲਮ ਵੈਸਲ ਹੈ। ਠੀਕ ਹੈ, ਹੁਣ ਥੋੜ੍ਹਾ ਦਿਮਾਗ 'ਚ ਰੱਖਿਓ, 1 ਬਾਏ 1 ਆਪਾਂ ਰੀਡ ਕਰਨਾ। These are elongated tube-like cells and placed end to end to form continuous channel. Xylem vessels ਕੀ ਹੈ?
ਐਂਡ ਟੂ ਐਂਡ ਪਲੇਸ ਹੁੰਦੀ ਹੈ, ਇੱਕ ਆ ਗਿਆ ਸੈਕਿੰਡ ਆ ਗਿਆ, ਇੱਦਾਂ ਐਂਡ ਟੂ ਐਂਡ ਪਲੇਸ ਕਰਕੇ ਇਹ ਪੂਰਾ ਕੰਟੀਨਿਊਸ ਬਣ ਜਾਂਦਾ, ਪੂਰਾ ਇੱਕ ਲੰਬਾ ਬਣ ਜਾਂਦਾ ਜਿਹਦੇ ਥਰੂ ਵਾਟਰ ਅਤੇ ਮਿਨਰਲਸ ਨੇ ਮੂਵ ਕਰਨਾ। ਟਰੈਕਿਆਰਡਸ ਆਰ ਆਲਸੋ ਕਾਲਡ ਟਿਊਬ ਲਾਈਕ ਸੈਲਸ। ਟਰੈਕਿਆਰਡਸ ਆ ਵਾਲੇ, ਟਰੈਕਿਆਰਡਸ ਨੂੰ ਆਪਾਂ ਟਿਊਬ ਲਾਈਕ ਸੈਲਸ ਵੀ ਬੋਲਦੇ ਆ, ਆਹ ਵਾਲੇ ਟਰੈਕਿਆਰਡਸ ਨੂੰ ਟਿਊਬ ਲਾਈਕ ਸੈਲਸ ਬੋਲਦੇ ਆ। ਅਤੇ ਦੇ ਹੈਵ ਥਿਕ ਸੈੱਲ ਵਾਲ। ਟਰੈਕਿਆਰਡਸ ਦੇ ਵਿੱਚ ਕੀ ਹੈ, ਆਹ ਵਾਲੇ ਹੁੰਦੇ ਟਰੈਕਿਆਰਡ, ਟਰੈਕਿਆਰਡ ਦੇ ਵਿੱਚ ਥਿਕ ਸੈੱਲ ਵਾਲ ਹੁੰਦੀ ਹੈ। ਸੈੱਲ ਵਾਲ ਕੰਟੇਨ ਲੈਗਨਿਨ। ਸੈੱਲ ਵਾਲ, ਲੈਗਨਿਨ ਮਤਲਬ ਇੱਕ ਮਤਲਬ ਨੇਮ ਹੁੰਦਾ ਮਟੀਰੀਅਲ ਦਾ, ਜਿਵੇਂ ਸੂਕਰੋਸ, ਗਲੂਕੋਸ, ਫਰਕਟੋਸ, ਉਵੇਂ ਇੱਕ ਲੈਗਨਿਨ ਮਟੀਰੀਅਲ ਹੁੰਦਾ। ਐਂਡ ਹੈਵ ਪਿਟਸ ਅਲੋਂਗ ਦੇਅਰ ਲੈਂਥ। ਪਿਟ ਮਤਲਬ ਗੋਲੇ ਟਾਈਪ, ਇੱਦਾਂ ਵੀ ਹੋਲੋ ਸਪੇਸ ਹੁੰਦੀ ਹੈ, ਗੋਲੇ ਟਾਈਪ ਹੁੰਦੇ ਹੈ। ਵਾਟਰ ਟਰੈਵਲਸ ਥਰੂ ਪਿਟਸ ਓਨਲੀ। ਜਿਹੜਾ ਵਾਟਰ ਹੈ ਉਹ ਇਹਨਾਂ ਪਿਟਸ ਵਿੱਚੋਂ ਹੀ ਮੂਵ ਕਰੂਗਾ ਆ ਵਾਟਰ, ਠੀਕ ਹੈ। ਜ਼ਾਈਲਮ ਵੈਸਲਸ ਐਂਡ ਟਰੈਕਿਆਰਡਸ ਆਰ ਮੇਨ ਕੰਡਕਟਿੰਗ ਸੈਲਸ ਆਫ ਜ਼ਾਈਲਮ। ਜ਼ਾਈਲਮ ਵੈਸਲਸ ਆਹ ਵਾਲੇ ਅਤੇ ਆਹ ਵਾਲੇ, ਇਹ ਮੇਨ ਕੰਡਕਟਿੰਗ ਸੈਲਸ ਹੁੰਦੇ ਆ ਪਲਾਂਟ ਦੇ ਵਿੱਚ। ਮਤਲਬ ਟੁਗੈਦਰ ਜਿਨ੍ਹਾਂ ਨੇ ਕੀ ਹੈ ਵਾਟਰ ਅਤੇ ਮਿਨਰਲਸ ਨੂੰ ਰੂਟਸ ਤੋਂ ਲੈ ਕੇ ਪਾਰਟਸ ਆਫ ਪਲਾਂਟ ਤੱਕ ਛੱਡ ਕੇ ਆਉਣਾ। ਅਤੇ ਦੋਨੋਂ ਹੀ ਜ਼ਾਈਲਮ ਅਤੇ ਟਰੈਕਿਆਰਡ ਜਿਹੜੇ ਹੁੰਦੇ ਆ ਉਹ ਨੋਨ ਲਿਵਿੰਗ ਹੁੰਦੇ ਆ ਅਤੇ ਦੋਨਾਂ ਦੀ ਹੀ ਥਿਕ ਵਾਲਸ ਹੁੰਦੀਆਂ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਜ਼ਾਈਲਮ ਫਾਈਬਰਸ। ਜ਼ਾਈਲਮ ਫਾਈਬਰਸ ਆਹ ਵਾਲੇ ਆ, ਅਗਰ ਤੁਸੀਂ ਉਹ ਡਾਇਗਰਾਮ ਵਿੱਚ ਦੇਖਣੇ ਆ ਤਾਂ ਉੱਧਰ ਵੀ ਦੇਖ ਲਓ ਇੱਕ ਵਾਰੀ। ਜ਼ਾਈਲਮ ਫਾਈਬਰਸ, ਦਿਸ ਵਨ, ਆਹ ਵਾਲੇ ਜ਼ਾਈਲਮ ਫਾਈਬਰ ਹੈ ਅਤੇ ਆਹ ਵਾਲਾ ਜ਼ਾਈਲਮ ਪੈਰਨਕਾਈਮਾ ਹੈ, ਠੀਕ ਹੈ। ਜ਼ਾਈਲਮ ਫਾਈਬਰਸ ਆਰ ਆਲਸੋ ਨੋਨ ਲਿਵਿੰਗ। ਜਿਵੇਂ ਪਿਛਲੇ ਦੋ ਪੜ੍ਹੇ ਸੀ ਉਵੇਂ ਇਹ ਵੀ ਜ਼ਾਈਲਮ ਫਾਈਬਰ ਵੀ ਨੋਨ ਲਿਵਿੰਗ ਹੈ। ਇਹਦੀ ਵੀ ਥਿਕ ਵਾਲਡ ਹੈ। ਬਟ ਜ਼ਾਈਲਮ ਫਾਈਬਰ ਦਾ ਮੇਨ ਕੰਮ ਕੀ ਹੈ ਕਿ ਇਹਨੇ ਮਕੈਨੀਕਲ ਸਟਰੈਂਥ ਦੇਣੀ ਹੁੰਦੀ ਹੈ ਪਲਾਂਟ ਬੋਡੀ ਨੂੰ। ਹੁਣ ਪਲਾਂਟ ਨੇ ਖੜੇ ਰਹਿਣਾ ਇੰਨੇ ਟਾਈਮ ਲਈ, ਤਾਂ ਉਹਨੂੰ ਸਟਰੈਂਥ ਵੀ ਮਿਲਣੀ ਚਾਹੀਦੀ ਨਾ ਕਿਤੋਂ, ਤਾਂ ਸਟਰੈਂਥ ਕੌਣ ਦਊਗਾ, ਜ਼ਾਈਲਮ ਫਾਈਬਰ। ਜ਼ਾਈਲਮ ਪੈਰਨਕਾਈਮਾ ਆਹ ਵਾਲਾ, ਇਹ ਇਕੱਲਾ ਇੱਕ ਹੀ ਹੁੰਦਾ ਇੱਦਾਂ ਦਾ, ਮਤਲਬ ਜ਼ਾਈਲਮ ਦੇ ਵਿੱਚ ਜਿਹੜਾ ਲਿਵਿੰਗ ਸੈੱਲ ਹੁੰਦਾ। ਬਾਕੀ ਸਾਰੇ ਤਿੰਨੋਂ ਨੋਨ ਲਿਵਿੰਗ ਸੀ, ਇਕੱਲਾ ਜ਼ਾਈਲਮ ਪੈਰਨਕਾਈਮਾ ਜਿਹੜਾ ਹੈਗਾ ਉਹ ਲਿਵਿੰਗ ਸੈੱਲ ਹੈ। ਇਹ ਕੀ ਕਰੂਗਾ, ਲੇਟਰਲ ਫਲੋ ਲਈ ਹੈਲਪਫੁਲ ਹੋਊਗਾ। ਲੇਟਰਲ ਫਲੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਗਰ ਵਾਟਰ ਇੱਦਾਂ ਜਾ ਰਿਹਾ ਤਾਂ ਠੀਕ ਹੈ, ਜੇ ਅਗਰ ਨੂੰ ਲੀਫ ਤੱਕ ਕਿੱਧਰ ਨੂੰ ਜਾਣਾ ਹੈ ਤਾਂ ਲੇਟਰਲ ਫਲੋ ਲਈ ਜ਼ਾਈਲਮ ਪੈਰਨਕਾਈਮਾ ਹੈਲਪਫੁਲ ਹੋਊਗਾ। ਅਤੇ ਇਹ ਫੂਡ ਨੂੰ ਸਟੋਰ ਕਰਕੇ ਵੀ ਰੱਖਦਾ। ਨੈਕਸਟ ਆ ਗਿਆ ਆਪਣੇ ਕੋਲ ਫਿਲੋਇਮ। ਫਿਲੋਇਮ ਕੀ ਹੈ, ਜਿਹੜਾ ਵੀ ਫੂਡ ਹੁਣ ਲੀਵਸ ਨੇ ਪ੍ਰਪੇਅਰ ਕਰ ਲਿਆ, ਉਹ ਹੁਣ ਲੀਵਸ ਤੋਂ ਫੂਡ ਲੈ ਕੇ ਸਾਰੇ ਪਾਰਟਸ ਆਫ ਪਲਾਂਟ ਤੱਕ ਛੱਡ ਕੇ ਕਿਹਨੇ ਆਉਣਾ, ਫਿਲੋਇਮ ਨੇ। ਅਤੇ ਇਹ ਪ੍ਰੋਸੈਸ ਜਿਹਦੇ ਵਿੱਚ ਲੀਵਸ ਤੋਂ ਫੂਡ ਲੈ ਕੇ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਛੱਡ ਕੇ ਆਉਣਾ, ਉਹ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਟਰਾਂਸਲੋਕੇਸ਼ਨ। ਅਤੇ ਟਰਾਂਸਲੋਕੇਸ਼ਨ ਮੇਨਲੀ ਕੌਣ ਕਰਦਾ, ਫਿਲੋਇਮ ਕਰਦਾ, ਠੀਕ ਹੈ। ਜਿਹੜਾ ਵੀ ਹੁਣ ਲੀਵਸ ਨੇ ਫੂਡ ਤਿਆਰ ਕੀਤਾ, ਉਹ ਫੂਡ ਤਿਆਰ ਹਮੇਸ਼ਾ ਸੋਲੂਬਲ ਸ਼ੂਗਰਸ ਦੀ ਫਾਰਮ ਵਿੱਚ ਹੋਊਗਾ। ਮਤਲਬ ਜੋ ਵੀ ਫੋਟੋਸਿੰਥੇਸਿਸ ਦਾ ਪ੍ਰੋਸੈਸ ਉਹਨੇ ਲਾਇਆ, ਫੂਡ ਤਿਆਰ ਕੀਤਾ, ਹੁਣ ਡਿਫਰੈਂਟ ਪਾਰਟਸ ਆਫ ਪਲਾਂਟ ਤੱਕ ਭੇਜ ਕੇ ਆਊਗਾ ਫਿਲੋਇਮ। ਡਿਫਰੈਂਟ ਪਾਰਟਸ ਆਫ ਪਲਾਂਟ ਨੂੰ ਕਿਉਂ ਚਾਹੀਦਾ ਹੈ, ਕਿਉਂਕਿ ਉਹ ਗਰੋਥ ਹੋ ਸਕੇ ਪਲਾਂਟ ਦੀ, ਉਹ ਸਟੋਰ ਕਰਕੇ ਰੱਖੇ ਫੂਡ, ਅਤੇ ਬਾਕੀ ਜੋ ਮੈਟਾਬੋਲਿਕ ਪ੍ਰੋਸੈਸ, ਰੈਸਪੀਰੇਸ਼ਨ ਕਰਨੀ ਹੈ ਜਾਂ ਜੋ ਵੀ ਕਰਨਾ, ਉਹਦੇ ਲਈ ਉਹਨੂੰ ਫਿਲੋਇਮ ਥਰੂ ਜਿਹੜਾ ਫੂਡ ਆ ਉਹ ਚਾਹੀਦਾ ਹੁੰਦਾ, ਠੀਕ ਹੈ। ਫਿਲੋਇਮ ਇਜ਼ ਅ ਚੀਫ ਫੂਡ ਕੰਟੇਨਿੰਗ ਟਿਸ਼ੂ ਐਂਡ ਇਟ ਕੰਸਿਸਟ ਆਫ 4 ਟਾਈਪ ਆਫ ਸੈਲਸ। ਫਿਲੋਇਮ ਜਿਹੜਾ ਹੁੰਦਾ ਉਹ ਮੇਨਲੀ ਫੂਡ ਕੰਡਕਟਿੰਗ ਟਿਸ਼ੂ ਹੈ। ਫੂਡ ਕੰਡਕਟਿੰਗ ਟਿਸ਼ੂ ਹੀ ਹੈ, ਲੀਵਸ ਤੋਂ ਫੂਡ ਲਿਆ ਸਾਰੇ ਪਾਰਟਸ ਆਫ ਪਲਾਂਟ ਤੱਕ ਛੱਡ ਆਉਂਦਾ। ਅਤੇ ਫਿਲੋਇਮ ਵੀ ਅੱਗੇ 4 ਟਾਈਪਸ ਦਾ ਹੁੰਦਾ, ਸੀਵ ਟਿਊਬਸ, ਕੰਪੈਨੀਅਨ ਸੈੱਲ, ਫਿਲੋਇਮ ਪੈਰਨਕਾਈਮਾ ਅਤੇ ਫਿਲੋਇਮ ਫਾਈਬਰਸ, ਠੀਕ ਹੈ। ਇਹਨਾਂ ਨੂੰ ਵੀ ਆਪਾਂ ਸਾਰੇ ਸੈਲਸ ਨੂੰ, ਜਿਵੇਂ ਆ ਰਹੇ ਆਪਣੇ ਕੋਲ ਸੀਵ ਟਿਊਬਸ ਆਹ ਵਾਲੀਆਂ ਜੋ ਐਂਡ ਟੂ ਐਂਡ ਜੁਆਇਨ ਕੀਤੀਆਂ ਹੋਈਆਂ ਸੀਵ ਟਿਊਬਸ, ਆਹ ਆਪਣੇ ਕੋਲ ਹੁੰਦੇ ਆ ਫਿਲੋਇਮ ਫਾਈਬਰਸ, ਆਹ ਵਾਲੇ ਅੰਦਰਲੇ ਹੁੰਦੇ ਆਪਣੇ ਕੋਲ ਕੰਪੈਨੀਅਨ ਸੈਲਸ, ਅਤੇ ਆਹ ਵਾਲੇ ਆਪਣੇ ਕੋਲ ਫਿਲੋਇਮ ਪੈਰਨਕਾਈਮਾ, ਠੀਕ ਹੈ। ਸੀਵ ਟਿਊਬਸ ਕੀ ਹੈ, ਥੀਜ਼ ਆਰ ਕੰਡਕਟਿੰਗ ਚੈਨਲਸ ਫਾਰਮ ਬਾਈ ਇਨਲੋਂਗੇਟਡ ਟੈਬੂਲਰ ਸੈਲਸ ਪਲੇਸਡ ਐਂਡ ਟੂ ਐਂਡਸ। ਸੀਵ ਟਿਊਬਸ ਕੀ ਹੋਣਗੇ, ਜਿਹੜਾ ਆਪਾਂ ਇੱਕ ਕੰਡਕਟਿੰਗ ਸੈਲਸ ਹੈ, ਵੀ ਕੰਡਕਸ਼ਨ ਮਤਲਬ ਕਿ ਮੂਵਮੈਂਟ ਕਰਾਉਂਦੇ ਆ ਫੂਡ ਦੀ, ਇਹ ਐਂਡ ਟੂ ਐਂਡ ਪਲੇਸ ਹੈ। ਇੱਥੇ ਫਸਟ ਆ ਗਿਆ, ਫਿਰ ਸੈਕਿੰਡ ਆ ਗਿਆ, ਫਿਰ ਥਰਡ ਆ ਗਿਆ, ਐਂਡ ਟੂ ਐਂਡ ਇੱਦਾਂ ਪਲੇਸ ਕੀਤੇ ਹੋਏ ਆ। ਥੀਜ਼ ਸੈਲਸ ਲੈਕ ਆਫ ਨਿਊਕਲੀਅਸ, ਬਟ ਇਹ ਵਾਲੀਆਂ ਸੀਵ ਟਿਊਬ ਦੇ ਜਿਹੜੇ ਸੈਲਸ ਹੁੰਦੇ ਆ ਉਹਨਾਂ ਵਿੱਚ ਨਿਊਕਲੀਅਸ ਨਹੀਂ ਹੁੰਦੇ ਆ, ਠੀਕ ਹੈ। The sieve tubes are separated from each other by horizontal perforated plates, sieve plates। ਅਤੇ ਇਹ ਜਿਹੜੀਆਂ ਸੀਵ ਟਿਊਬਸ ਹੈ ਇਹਨਾਂ ਨੂੰ ਇੱਕ ਮਤਲਬ ਪੈਰੀਫੋਰਟਡ, ਆਹ ਵਾਲੀ ਚੀਜ਼ ਮਤਲਬ ਜਿੱਥੋਂ ਅਲਾਓ, ਮਤਲਬ ਸਿਰਫ ਹੋਲਸ ਦੇ ਥਰੂ ਅਲਾਓ ਹੋ ਸਕਦੇ ਹੈ, ਤਾਂ ਉਹਨੂੰ ਇਹਨੂੰ ਕੀ ਹੈ ਡਿਫਰੈਂਸ਼ੀਏਟ ਕੀਤਾ ਹੁੰਦਾ, ਸੈਪਰੇਟ ਕੀਤਾ ਹੁੰਦਾ, ਅਤੇ ਉਹ ਪਲੇਟਸ ਨੂੰ ਆਪਾਂ ਬੋਲਦੇ ਹਾਂ ਸੀਵ ਪਲੇਟਸ, ਠੀਕ ਹੈ। ਨੈਕਸਟ ਗੱਲ ਆ ਗਈ ਆਪਣੇ ਕੋਲ ਕੰਪੈਨੀਅਨ ਸੈਲਸ ਦੀ। ਇਹ ਅੰਦਰ ਇੱਥੇ ਲੱਗੇ ਹੁੰਦੇ ਆ ਕੰਪੈਨੀਅਨ ਸੈਲਸ। ਕੰਪੈਨੀਅਨ ਸੈਲਸ ਕੀ ਹੈ, ਥੀਜ਼ ਸੈਲਸ ਆਰ ਸਪਿੰਡਲ ਸ਼ੇਪਡ। ਇਹ ਸੈਲਸ ਸਪਿੰਡਲ ਸ਼ੇਪਡ ਹੁੰਦੇ ਆ ਅਤੇ ਲਾਈ ਐਡਜੈਸੈਂਟ ਟੂ ਦ ਸੀਵ ਟਿਊਬਸ। ਇਹ ਸੀਵ ਟਿਊਬ ਦੇ
ਸੀਵ ਟਿਊਬ ਦੇ ਐਡਜੈਸੈਂਟ ਮਤਲਬ ਨਾਲ ਵਾਲੀ ਸਾਈਡ ਹੀ ਹੁੰਦੇ ਹੈ ਕੰਪੈਨੀਅਨ ਸੈਲਸ। ਦੇ ਫੰਕਸ਼ਨ ਅਲੋਂਗ ਵਿਦ ਦ ਸੀਵ ਟਿਊਬ, ਜਿਵੇਂ ਜਿਵੇਂ ਮਤਲਬ ਫੰਕਸ਼ਨ ਕਰੂਗਾ ਸੀਵ ਟਿਊਬ ਉਵੇਂ ਉਵੇਂ ਜਿਵੇਂ ਫੰਕਸ਼ਨ ਕਰੂਗਾ ਮਤਲਬ ਸੀਵ ਟਿਊਬ ਉਵੇਂ ਉਵੇਂ ਕੰਪੈਨੀਅਨ ਸੈੱਲ ਵੀ ਕੰਡਕਸ਼ਨ ਆਫ ਫੂਡ ਵਿੱਚ ਫੰਕਸ਼ਨ ਕਰਨਗੇ। ਠੀਕ ਹੈ, ਦੋਨੋਂ ਇਕੱਠੇ ਕੰਮ ਕਰਦੇ ਕਿਉਂਕਿ ਐਡਜੈਸੈਂਟ ਹਨ, ਨਾਲ ਦੇ ਆਂਢੀ ਗੁਆਂਢੀ ਹੈ। ਨੈਕਸਟ ਆ ਗਿਆ ਆਪਣੇ ਕੋਲ ਫਿਲੋਇਮ ਪੈਰਨਕਾਈਮਾ। ਫਿਲੋਇਮ ਪੈਰਨਕਾਈਮਾ ਦੀ ਪਹਿਲਾਂ ਤਾਂ ਵੇਖ ਲਓ, ਆ ਹੈਗਾ ਆਪਣੇ ਕੋਲ ਫਿਲੋਇਮ ਪੈਰਨਕਾਈਮਾ ਅਤੇ ਇੱਕ ਆਪਣਾ ਰਹਿ ਗਿਆ ਫਿਲੋਇਮ ਫਾਈਬਰ। ਆਹ ਵਾਲਾ ਫਿਲੋਇਮ ਫਾਈਬਰ ਬਾਰੇ ਪੜ੍ਹਾਂਗੇ, ਪੈਰਨਕਾਈਮਾ ਬਾਰੇ ਪੜ੍ਹਾਂਗੇ। ਦੀਜ਼ ਆਰ ਪੈਰਨਕਾਈਮਾ ਸੈੱਲ ਐਸੋਸੀਏਟਡ ਵਿਦ ਫਿਲੋਇਮ। ਫਿਲੋਇਮ ਦੇ ਵਿੱਚ ਪੈਰਨਕਾਈਮਾ ਦੇ ਸੈੱਲਸ ਲੱਗੇ ਹੁੰਦੇ, ਪੈਰਨਕਾਈਮਲ ਸੈੱਲਸ ਹੁੰਦੇ ਆ। ਇਹ ਹੁਣ ਪੈਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ ਤੁਸੀਂ ਹੋਰ ਚੈਪਟਰਸ ਵਿੱਚ ਪੜ੍ਹੋਗੇ, ਜਸਟ ਇੱਥੇ ਰਿਵਾਈਜ਼ ਰੱਖ ਲਓ ਕਿ ਫਿਲੋਇਮ ਦੇ ਵਿੱਚ ਜਿਹੜੇ ਪੈਰਨਕਾਈਮਾ ਸੈੱਲਸ ਐਸੋਸੀਏਟਡ ਹੁੰਦੇ ਆ ਉਹ ਫਿਲੋਇਮ ਪੈਰਨਕਾਈਮਾ ਹੁੰਦਾ। ਇਟ ਇਜ਼ ਫਾਊਂਡ ਇਨ ਬਿਟਵੀਨ ਸੀਵ ਟਿਊਬਸ। ਸੀਵ ਟਿਊਬਸ ਦੇ ਇਨ ਬਿਟਵੀਨ ਜਿਹੜਾ ਆਪਣੇ ਕੋਲ ਸੈੱਲਸ ਹੁੰਦੇ ਆ ਜਾਂ ਜਿਹੜੇ ਪੈਰਨਕਾਈਮਾ ਲੱਗਾ ਹੁੰਦਾ ਫਿਲੋਇਮ ਪੈਰਨਕਾਈਮਾ ਹੁੰਦਾ ਅਤੇ ਇਹਨਾਂ ਦਾ ਮੇਨ ਕੰਮ ਕੀ ਹੁੰਦਾ, ਫੂਡ ਨੂੰ ਸਟੋਰ ਕਰਕੇ ਰੱਖਣਾ। ਜਿਹੜੇ ਫਿਲੋਇਮ ਫਾਈਬਰਸ ਹੁੰਦੇ ਆ ਉਹ ਨੋਨ ਲਿਵਿੰਗ ਸਕਲੈਰਨਕਾਈਮਾ ਹੁੰਦੇ ਆ। ਮੈਨੂੰ ਪਹਿਲਾਂ ਦੱਸ ਚੁੱਕੀ ਹਾਂ, ਇਹ ਪੈਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ ਤੁਸੀਂ ਨੈਕਸਟ ਕਲਾਸ ਵਿੱਚ ਪੜ੍ਹੋਗੇ, ਨੈਕਸਟ ਕਲਾਸ ਮਾਈਟ ਬੀ ਐਸ 9th ਵਿੱਚ। ਤਾਂ ਤੁਸੀਂ ਇਹਦੇ ਸਿਰਫ ਲਰਨ ਰੱਖੋ ਕਿ ਪੈਰਨਕਾਈਮਾ ਵਿੱਚ ਪੈਰਨਕਾਈਮਾ ਹੁੰਦਾ, ਫਾਈਬਰਸ ਵਿੱਚ ਨੋਨ ਲਿਵਿੰਗ ਸਕਲੈਰਨਕਾਈਮਾ ਹੁੰਦਾ ਅਤੇ ਇਹਦਾ ਮੇਨ ਕੰਮ ਕੀ ਹੈ, ਮਕੈਨੀਕਲ ਸਟਰੈਂਥ ਦੇਣੀ ਪਲਾਂਟ ਨੂੰ। ਠੀਕ ਹੈ, ਦ ਟੈਕਸਟਾਈਲ ਫਾਈਬਰ ਆਫ ਲੈਂਪ, ਹੈਂਪ ਐਂਡ ਜੂਟ ਆਰ ਫਿਲੋਇਮ ਫਾਈਬਰਸ। ਜਿਹੜੀ ਮਤਲਬ ਜੂਟ ਦੀ ਫਾਈਬਰ ਹੁੰਦੀ ਹੈ, ਮਤਲਬ ਥੋੜ੍ਹੀ ਵਾਲਾਂ ਜੀ ਵਾਲੀ ਫਾਈਬਰ ਹੁੰਦੀ ਹੈ, ਉਹ ਮੇਨਲੀ ਫਿਲੋਇਮ ਫਾਈਬਰ ਹੁੰਦੀ ਹੈ। ਠੀਕ ਹੈ, ਆਊਟ ਆਫ ਦੀਸ ਸੈਲਸ ਫਿਲੋਇਮ ਫਾਈਬਰਸ ਆਰ ਨੋਨ ਲਿਵਿੰਗ। ਇਕੱਲਾ ਇਹਨਾਂ ਸਾਰਿਆਂ ਵਿੱਚੋਂ ਫਿਲੋਇਮ ਫਾਈਬਰ ਜਿਹੜਾ ਨੋਨ ਲਿਵਿੰਗ ਹੈ, ਬਾਕੀ ਸਾਰੇ ਜਿਹੜੇ ਹੈਗੇ ਆ ਉਹ ਲਿਵਿੰਗ ਸੈਲਸ ਹੈ। ਠੀਕ ਹੈ।